मैं गुरदर्शन बराड़ ਵਪਾਰਕ ਖੇਤੀ ਚੈਨਲ ਬਠਿੰਡਾ ਤੋਂ। ਅੱਜ ਅਸੀਂ ਦੁਬਾਰਾ ਫੇਰ ਪਹੁੰਚੇ ਹਾਂ ਮਾਡਰਨ ਕ੍ਰੌਪ ਕੇਅਰ ਦੇ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਜੀ ਬਰਾੜ ਕੋਲ। ਸਵਾਗਤ ਹੈ ਬਰਾੜ ਸਾਹਿਬ। ਬਹੁਤ ਬਹੁਤ ਧੰਨਵਾਦ ਹੈ ਵਪਾਰਕ ਖੇਤੀ ਚੈਨਲ ਦਾ, ਜਿਨ੍ਹਾਂ ਨੇ ਅੱਜ ਸਾਡੇ ਨਾਲ ਰੂਬਰੂ ਫੇਰ ਹੋਇਆ। ਸਾਡੇ ਕੁਛ ਦਿਲ ਦੇ ਵਲੇਵੇਂ ਆ ਆਪਦੇ ਜੋ ਨਿੱਜੀ ਤਜਰਬੇ ਦੇ ਜ਼ਿੰਦਗੀ ਦੇ, ਵੀ ਸਾਡੇ ਏਰੀਏ ਨੂੰ ਕਾਟਨ ਨੇ ਹੀ ਬਚਾਉਣਾ ਹੈ, ਮਾਲਵੇ ਏਰੀਏ ਨੂੰ। ਅਤੇ ਕਾਟਨ ਦੀ ਜਿਹੜੀ ਫਸਲ ਹੈ ਉਹ ਵੱਧ ਤੋਂ ਵੱਧ ਕਿਵੇਂ ਲੈ ਸਕਦੀ ਹੈ। ਜਿਹੜੀ ਅੱਜ ਦੀ ਸਾਡੀ ਗੱਲਬਾਤ ਹੋਊਗੀ ਉਹ ਜ਼ਿਆਦਾ ਨਰਮੇ ਦੇ ਸੰਬੰਧ 'ਚ ਹੀ ਹੋਊਗੀ। ਇਹਦਾ ਝਾੜ ਕਿਵੇਂ ਵਧੀਆ ਲਿਆ ਜਾ ਸਕਦਾ, ਇਹਦੀ ਕੁਆਲਿਟੀ ਕਿਵੇਂ ਵਧੀਆ ਪੈਦਾ ਕੀਤੀ ਜਾ ਸਕਦੀ ਹੈ। ਬਰਾੜ ਸਾਹਿਬ, ਕਿਸਾਨ ਦਾ ਇੱਕੋ ਇੱਕ ਦਰਦ ਹੈ ਕਿ ਜਦੋਂ ਖੇਤ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਝੋਨਾ ਬੀਜਣ ਦੀ, ਝੋਨੇ ਦੀ ਹੇਠਾਂ ਰਕਬਾ ਵਧਾਉਣ ਦੀ, ਅਤੇ ਸਰਕਾਰਾਂ ਵੀ ਜ਼ਿਆਦਾਤਰ ਝੋਨੇ ਦੀ MSP ਦਿੰਦੀਆਂ, ਤਾਂ ਉਹਦਾ ਕਰਕੇ ਉਹਨੂੰ ਇਹ ਫਸਲ ਸੌਖੀ ਅਤੇ ਪੱਕੀ ਲੱਗਦੀ ਹੈ। ਪਰ ਜਦੋਂ ਉਹ ਨਰਮੇ ਵੱਲ ਆਉਂਦਾ ਹੈ ਤਾਂ ਉਦੋਂ ਹੀ ਇੱਕ ਖਿੱਚ ਪੈਂਦੀ ਹੈ ਕਿ ਵੀ ਉਹਨੂੰ ਇੱਕ ਲੰਬੇ ਸਮੇਂ ਦੀ ਫਸਲ ਹੈ, ਇੱਕ ਉਹਦੇ 'ਤੇ ਲੇਬਰ ਬਹੁਤ ਜ਼ਿਆਦਾ ਪੈਂਦੀ ਹੈ, ਇੱਕ ਪੂਰਾ ਸਾਲ ਉਹਨੂੰ ਖੇਤ ਦੇ ਵਿੱਚ ਖੜ੍ਹ ਕੇ ਕੰਮ ਕਰਨਾ ਪੈਂਦਾ। ਤਾਂ ਆਮ ਧਾਰਨਾ ਇਹ ਪੈਂਦੀ ਹੈ ਕਿ ਜਿਹੇ ਜਿਹਾ ਘਰੇ ਵਿਆਹ ਰੱਖ ਲਿਆ ਅਤੇ ਜਿਹੇ ਜਿਹਾ ਨਰਮਾ ਬੀਜ ਲਿਆ ਇੱਕ ਬਰਾਬਰ ਹੈ। ਤਾਂ ਇਸ ਲਈ ਤੁਹਾਨੂੰ ਕਿਸਾਨ ਨੂੰ ਕਿਸ ਤਰੀਕੇ ਨਾਲ ਤਿਆਰੀ ਕਰਨੀ ਚਾਹੀਦੀ ਹੈ? ਪਹਿਲੀ ਗੱਲ ਤਾਂ ਮਨੋਂ ਤਿਆਰੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਉਹਦੀ ਜਿਹੜੀ ਖੇਤ ਦੀ ਤਿਆਰੀ ਹੈ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਕੋਈ ਵੀ ਕੰਮ ਕਰਨਾ ਹੋਵੇ, ਜਿੰਨੀ ਉਹਦੇ 'ਚ ਹਾਜ਼ਰੀ ਵੱਧ ਹੋਊਗੀ ਅਤੇ ਸਾਰੇ ਪਰਿਵਾਰ ਦੀ ਹਾਜ਼ਰੀ ਵੱਧ ਹੋਊਗੀ, ਮੁਨਾਫਾ ਉਸੇ ਚੀਜ਼ 'ਚ ਹੀ ਵੱਧ ਹੋਊਗਾ। ਜਿਵੇਂ ਆਪਾਂ ਸਬਜ਼ੀ ਬੋਲਦੇ ਹਾਂ, ਸਬਜ਼ੀ ਤਾਂ ਹੀ ਬੋਲਦੇ ਹਾਂ, ਉਹ 'ਤੇ ਸਭ ਜੀ ਕੰਮ ਕਰਦੇ ਆ ਸਾਰੇ। ਅਤੇ ਕਾਟਨ ਦੀ ਵੀ ਇੱਕ ਇਹੋ ਜਿਹੀ ਫਸਲ ਹੈ ਜਿਹਦੇ 'ਚ ਬਿਜਾਈ ਤੋਂ ਲਾ ਕੇ ਚੁਗਾਈ ਤੱਕ ਸਾਡੇ ਸਾਰੇ ਪਰਿਵਾਰ ਨੂੰ ਕੰਮ ਮਿਲਦਾ ਹੈ। ਹੁਣ ਜ਼ਮਾਨਾ ਘੱਟ ਗਿਆ ਵੀ ਸਾਡੀਆਂ ਆਪਦੀਆਂ ਸਵਾਣੀਆਂ ਚੁਗਾਈ ਵੇਲੇ ਨਹੀਂ ਖੇ ਜਾਂਦੀਆਂ। ਪਹਿਲੇ ਵੇਲੇ ਮੇਰਾ ਖਿਆਲ ਘਰ ਦਾ ਇੱਕ ਮੈਂਬਰ ਹੀ ਹੁੰਦਾ ਸੀ ਜਿਹੜਾ ਘਰੇ ਰਹਿੰਦਾ ਸੀ, ਨਹੀਂ ਚੁਗਾਈ ਵੇਲੇ ਸਾਰੇ ਦਾ ਸਾਰਾ ਪਰਿਵਾਰ ਖੇਤ ਚੁਗਣ ਜਾਂਦਾ ਸੀ ਅਤੇ ਸਾਰੇ ਪਰਿਵਾਰ ਨੂੰ ਰੁਜ਼ਗਾਰ ਮਿਲਦਾ ਸੀ। ਸਾਡੇ ਜਿਹੜੇ ਮਾਲਵੇ ਦੇ ਏਰੀਏ 'ਚ ਹੈ, ਪਾਣੀ, ਪਹਿਲੀ ਗੱਲ ਤਾਂ ਪਾਣੀ ਮਾੜੇ ਬਹੁਤ ਹੈ। ਜੇ ਮਾੜੇ ਬਾਅਦ ਹੋਣ ਦੇ ਬਾਅਦ ਵੀ ਪਾਣੀ ਡੂੰਘੇ ਵੀ ਬਹੁਤ ਹੈ। ਉਦੋਂ ਬਾਅਦ ਜ਼ਮੀਨਾਂ ਵੀ ਸਾਡੀਆਂ ਹਲਕੀਆਂ ਅਤੇ ਰੇਤਲੀਆਂ ਹੈ, ਜਿਹੜੀਆਂ ਕਿ ਪੂਰਾ ਝਾੜ ਝੋਨੇ ਦੀ ਦੇਣ ਦੀ ਸਮਰੱਥਾ ਨਹੀਂ ਰੱਖਦੀਆਂ। ਅਤੇ ਝੋਨੇ ਦਾ ਝਾੜ ਹੈ ਇੱਕ ਫਿਕਸ ਝਾੜ ਹੋ ਗਿਆ ਵੀ ਉਹਦਾ ਝਾੜ ਸਾਡੇ ਏਰੀਏ 'ਚ 65 ਤੋਂ 70 ਮਣ ਤੋਂ ਨਹੀਂ ਵੱਧਦਾ, ਅਤੇ 2000 ਰੁਪਇਆ ਰੇਟ ਫਿਕਸ ਹੈ। ਉਹਦੀ ਆਮਦਨ ਇੱਕ ਫਿਕਸ ਹੈ ਵੀ 55-60 ਮਤਲਬ 50-60 ਹਜ਼ਾਰ ਦਾ ਝੋਨਾ ਹੋਣਾ ਹੈ। ਕਾਟਨ ਇੱਕ ਐਸੀ ਫਸਲ ਹੈ, ਜੇ ਇਹਨੂੰ ਠੀਕ ਤਰੀਕੇ ਨਾਲ ਪੱਕੇ ਮਨ ਨਾਲ ਖੇਤੀ ਕਰੀ ਜਾਵੇ। ਪਹਿਲੀ ਗੱਲ ਤਾਂ ਜੋ ਵੀ ਕੰਮ ਕਰਨਾ ਤੁਹਾਨੂੰ ਉਹ ਪੱਕੇ ਮਨ ਨਾਲ ਕਰਨਾ ਚਾਹੀਦਾ। ਪਹਿਲਾਂ ਹੀ ਨਹੀਂ ਸੋਚ ਲੈਣਾ ਚਾਹੀਦਾ ਵੀ ਨਰਮਾ ਮੈਂ ਬੀਜਤਾ, ਜੇ ਤਾਂ ਨਰਮਾ ਹੋਣ ਲੱਗਿਆ ਤਾਂ ਮੈਂ ਨਰਮੇ ਨੂੰ ਸਾਂਭੂਗਾ, ਨਹੀਂ ਨਾਲ ਪਨੀਰੀ ਲਾਤੀ। ਅੱਧੇ ਮਨ ਨਾਲ ਕੰਮ ਕਰਿਆ ਅੱਧਾ ਹੀ ਹੁੰਦਾ ਹੈ। ਸਾਨੂੰ ਜਦੋਂ ਜਿਹੜੀ ਬੱਚਤ ਸੀ ਉਹਦਾ ਅਸੀਂ ਪਹਿਲਾਂ ਉਹਦੇ 'ਤੇ ਬੀਜ 'ਤੇ ਲਾਤੀ, ਉਹਦੇ ਬਹਾਈ 'ਤੇ ਲਾਤੀ, ਉਹੀ 10,000 ਕਿੱਲਾ ਬਚਣਾ ਹੁੰਦਾ ਹੈ। ਉਹਦੇ 'ਚ ਵੀ ਅਸੀਂ ਹਲੇ ਜੇ ਜੱਕ ਰੱਖਦੇ ਹਾਂ। ਨਰਮੇ ਦੀ ਬਿਜਾਈ ਵੇਲੇ ਹੀ ਸਾਨੂੰ ਇੰਨਾ ਮਨ ਪੱਕਾ ਕਰਨਾ ਚਾਹੀਦਾ ਹੈ ਵੀ ਨਹਿਰੀ ਪਾਣੀ ਨਾਲ ਉਹਦੀ ਕੋਸ਼ਿਸ਼ ਕਰਕੇ ਰੌਣੀ ਕਰਨੀ ਚਾਹੀਦੀ ਹੈ। ਤਕਰੀਬਨ ਰੌਣੀਆਂ ਹੋ ਗਈਆਂ, ਬਿਜਾਈ ਹੋ ਚੁੱਕੀ ਹੈ। ਮਹਿਕਮੇ ਦੇ ਹਿਸਾਬ ਨਾਲ 15 ਅਪ੍ਰੈਲ ਤੋਂ 10 ਮਈ ਤੱਕ ਨਰਮਾ ਬੀਜਣਾ ਸੀ, ਅਤੇ ਤਕਰੀਬਨ ਨਰਮਾ 90 ਪੈਸੇ ਬੀਜਿਆ ਗਿਆ। ਜੇ 5-7% ਕਿਤੇ ਰਹਿ ਵੀ ਗਿਆ, ਜਾਂ ਤਾਂ ਕਿਤੇ ਨਹਿਰ ਦੀ ਪਾਣੀ ਨਹੀਂ ਆਇਆ, ਜਾਂ ਨਹਿਰਾਂ ਕਿਸੇ ਕਾਰਨ ਟੁੱਟ ਗਈਆਂ, ਉਸ ਕਰਕੇ ਆ ਮੇਰਾ ਖਿਆਲ ਵੀ 20 ਤਰੀਕ ਤੋਂ ਬਾਅਦ ਕੋਈ ਓੜਾ ਬੀਜਣ ਵਾਲਾ ਪੰਜਾਬ 'ਚ ਸ਼ਾਇਦ ਨਹੀਂ ਰਹਿਣਾ। ਅਤੇ ਇਸ ਕਰਕੇ ਨਰਮੇ ਦੀ ਬਿਜਾਈ ਨੂੰ ਸਾਨੂੰ ਪਹਿਲ ਦੇਣੀ ਚਾਹੀਦੀ ਹੈ। ਐਤਕੀ ਨਰਮੇ ਦੀ ਫਸਲ, ਜਿਵੇਂ ਪਿਛਲੇ ਸਾਲ ਨਰਮੇ ਦਾ ਰੇਟ ਹੋਇਆ ਹੈ, ਮੇਰਾ ਖਿਆਲ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ ਵੀ 12-13-14 ਹਜ਼ਾਰ ਤੱਕ ਨਰਮਾ ਵਿਕ ਗਿਆ। ਅਤੇ ਕਿਸਾਨ ਬੜੇ ਕਰੜੇ ਕਰਕੇ ਹੱਥ ਪਾ ਰਹੇ ਹੈ ਵੀ ਅਸੀਂ ਨਰਮਾ ਐਤਕੀ ਪੈਦਾ ਕਰਨਾ ਹੈ। ਨਰਮੇ ਦੀ ਕੰਪੈਸਿਟੀ ਹੈ ਵੀ ਇਹ 1 ਮਣ 5 ਮਣ ਵੀ ਹੋ ਸਕਦਾ ਹੈ ਅਤੇ 50 ਮਣ ਵੀ ਹੋ ਸਕਦਾ ਹੈ। ਬੜੇ ਕਿਸਾਨਾਂ ਨੇ ਤਾਂ ਇਹਦੀ ਟਾਰਗੇਟ ਰੱਖਿਆ ਹੈ। ਮੇਰੇ ਆਪ ਦੇ ਹੀ ਕਿਸਾਨ ਆ ਜਿਨ੍ਹਾਂ ਨੇ ਟਾਰਗੇਟ ਰੱਖਿਆ ਵੀ 16 ਕੁਆਂਟਲ ਤੋਂ ਉੱਪਰ ਅਸੀਂ ਨਰਮਾ ਚੁਗਣਾ ਹੈ। ਬਰਾੜ ਸਾਹਿਬ, ਸਰਕਾਰ ਨੂੰ ਤੁਸੀਂ ਕੀ ਸੁਝਾਅ ਦਿੰਦੇ ਹੋ ਕਿ ਜਿਵੇਂ ਜਦੋਂ ਨਰਮਾ ਨਹੀਂ ਹੁੰਦਾ ਤਾਂ ਉਦੋਂ ਸਰਕਾਰ ਮੁਆਵਜ਼ਾ ਦਿੰਦੀ ਹੈ, ਤਾਂ ਸਰਕਾਰ ਕੀ ਪ੍ਰੋਤਸਾਹਨ ਵੀ ਦੇ ਸਕਦੀ ਹੈ ਕਿ ਜਿਹਦਾ ਨਰਮਾ ਚੰਗਾ ਹੋਵੇ ਤਾਂ ਉਹਨੂੰ ਕੋਈ ਪਹਿਲਾਂ ਹੀ ਕੋਈ ਇਨਾਮ ਦਿੱਤਾ ਜਾਵੇ? ਸਰਕਾਰ ਨੂੰ ਇੱਕ ਤਾਂ ਇਹ ਚਾਹੀਦਾ ਹੈ ਵੀ ਜਿਹੜੇ ਕਿਸਾਨ ਨਰਮਾ ਕਿਸੇ ਕਾਰਨ ਕਰਕੇ ਪੈਦਾ ਨਹੀਂ ਹੁੰਦਾ, ਉਹਨਾਂ ਨੂੰ ਮੁਆਵਜ਼ਾ ਦੇਣ ਦੇ ਬਜਾਏ ਜਿਹੜੇ ਕਿਸਾਨ ਨਰਮਾ ਪੈਦਾ ਕਰਦੇ ਆ ਉਹਨਾਂ ਨੂੰ ਇਨਾਮ ਦਿੱਤਾ ਜਾਵੇ।
ਨਾ ਵੀ ਮਿਨੀਮਮ ਇੱਕ ਟਾਰਗੇਟ ਰੱਖਿਆ ਜਾਵੇ ਵੀ ਜਿਵੇਂ ਅਸੀਂ ਕੋਈ ਪੇਪਰ ਹੁੰਨੇ ਆ ਵੀ 33% ਜਾਂ 50% ਨੰਬਰ ਲਾਈਏ, ਵੀ ਕਮ ਸੇ ਕਮ 8 ਕੁਆਂਟਲ ਤੋਂ ਉੱਪਰ ਦਾ ਕਿਸਾਨ ਨਰਮਾ ਪੈਦਾ ਕਰੇ ਨਾ, ਉਹ ਨਰਮਾ ਪੈਦਾ ਹੁੰਦਾ। ਨਰਮਾ ਨਾ ਪੈਦਾ ਹੋਣ ਦੇ ਵਿੱਚ ਕਾਫੀ ਕਾਰਨ ਹੈ। ਸਾਡਾ ਜਿਹੜਾ ਤਾਲਮੇਲ ਹੈ ਉਹ ਸਹੀ ਨਹੀਂ, ਕਿਸਾਨ ਦਾ, ਦੁਕਾਨਦਾਰ ਦਾ, ਕੰਪਨੀਆਂ ਦਾ ਅਤੇ ਖੇਤੀਬਾੜੀ ਮਹਿਕਮੇ ਦਾ। ਇੱਕ ਦੂਜੇ ਤੋਂ ਅਸੀਂ ਡਰੀ ਜਾਂਦੇ ਹਾਂ। ਦੁਕਾਨਦਾਰ ਤਾਂ ਇਹ ਸੋਚੀ ਜਾਂਦਾ ਹੈ ਵੀ ਜੇ ਇਹਨੂੰ ਮੈਂ ਨਰਮੇ ਵਾਲੀ ਬੀਜ ਦੇਤਾ, ਨਰਮੇ ਵਾਲੀ ਦਵਾਈ ਦੇਤੀ, ਨਰਮਾ ਨਾ ਹੋਇਆ ਤਾਂ ਮੇਰੀ ਗਰਾਈ ਨਹੀਂ ਆਉਣੀ। ਕਿਸਾਨ ਪਹਿਲਾਂ ਹੀ ਸੋਚੀ ਜਾਂਦਾ ਹੈ ਵੀ ਜੇ ਨਰਮਾ ਨਾ ਹੋਇਆ ਤਾਂ ਮੈਂ ਭਾਈ ਤੈਨੂੰ ਦਵਾਈ ਦੇ ਪੈਸੇ ਕਿੱਥੋਂ ਦੇਵਾਂ। ਅਤੇ ਮਹਿਕਮਾ ਵੀ ਤਕਰੀਬਨ ਐਤੀ ਕਾਫੀ ਜ਼ੋਰ ਲਾ ਰਿਹਾ, ਬਹੁਤ ਜ਼ੋਰ ਲਾ ਰਿਹਾ, ਪਿੰਡਾਂ 'ਚ ਮੀਟਿੰਗਾਂ ਕਰ ਰਿਹਾ ਵੀ ਕਿਸਾਨ ਉਹਦੇ ਆਖੇ ਲੱਗ ਵੀ ਰਹੇ ਹੈ, ਪਰ ਜਿੰਨੇ ਲੱਗਣੇ ਚਾਹੀਦੇ ਸੀ ਉਨੇ ਨਹੀਂ ਲੱਗ ਰਹੇ। ਮਹਿਕਮੇ ਨੂੰ 3 ਮਹੀਨੇ ਹੋ ਗਏ ਕਹੀ ਜਾਂਦੇ ਨੂੰ ਵੀ ਭਾਈ ਛਟੀਆਂ ਜਾਂ ਤਾਂ ਬਾਲ ਦਿਓ ਜਾਂ ਛਟੀਆਂ ਨੂੰ ਝਾੜ ਕੇ ਲੱਕੜਾਂ ਰੱਖ ਲਓ। ਮੇਰਾ ਖਿਆਲ ਵਾਲੇ 80% ਲੋਕਾਂ ਨੇ ਨਹੀਂ ਕੀਤਾ, 20% ਨੇ ਕੀਤੀਆਂ ਹੋਣੀਆਂ। ਹਲੇ ਵੀ ਬੜਾ ਟਾਈਮ ਹੈ। ਹੁਣ ਅਸੀਂ ਤੂੜੀ ਤੰਦ ਬਣਾ ਲਿਆ, ਵੇਚ ਲਿਆ ਸਾਰਾ ਕੁਛ, ਨਾ ਕਿਤੇ ਅੱਗ ਲੱਗਣ ਦੇ ਨਾਲ। ਸਾਡੇ ਸਾਰੇ ਕਿਸਾਨਾਂ ਨੂੰ 30 ਮਈ ਦੇ ਵਿੱਚ ਤੱਕ ਛਟੀਆਂ ਨੂੰ ਹਿਲਾ ਦੇਣਾ ਚਾਹੀਦਾ ਹੈ। ਜਿਹੜੇ ਇੰਨੇ ਉੱਚੇ ਟੈਂਪਰੇਚਰ 'ਚ ਹੈ, ਜਿਹੜਾ ਗੁਲਾਬੀ ਸੁੰਡੀ ਦਾ ਜਿਹੜਾ ਭਮੱਕੜ ਹੈ ਉਹ ਸਾਰਾ ਉੱਥੋਂ ਇੰਨੇ ਟੈਂਪਰ 'ਚ ਉੱਡੂਗਾ। ਜਦੋਂ ਉਹਨੂੰ ਕੁਝ ਖਾਣ ਨੂੰ ਨਹੀਂ ਮਿਲਿਆ, ਜਿੰਨਾ ਚਿਰ ਨਰਮੇ ਨੂੰ ਫੁੱਲ ਨਹੀਂ ਆਉਂਦੇ ਉਨਾ ਚਿਰ ਉਹ ਉੱਥੇ ਆਂਡੇ ਨਹੀਂ ਦਿੰਦਾ। ਜਦੋਂ ਉਹਨੇ ਆਂਡੇ ਨਹੀਂ ਦਿੱਤੀ, ਅਗਲੀ ਪੀੜ੍ਹੀ ਵਧਣੀ ਨਹੀਂ। ਅਤੇ ਸਾਰੇ ਕਿਸਾਨਾਂ ਨੂੰ ਹਿੰਮਤ ਕਰਕੇ 30 ਮਈ ਤੱਕ ਸਾਰੀਆਂ ਛਟੀਆਂ ਹਿਲਾ ਕੇ ਝਾੜ ਕੇ ਲੱਕੜਾਂ ਸਾਂਭ ਲੈਣੀਆਂ ਚਾਹੀਦੀਆਂ। ਜਿਹੜੀ ਉਹਦੀ ਰਹਿੰਦ ਖੂੰਹਦ ਹੈ ਉਹਨਾਂ ਨੂੰ ਅੱਗ ਲਾ ਕੇ ਸਾੜ ਦੇਣਾ ਚਾਹੀਦਾ ਹੈ। ਪਰ ਸਾਡੇ ਪਿੰਡਾਂ 'ਚ ਹਲੇ ਬੜਾ ਇਹ ਗੱਲ ਬਣੀ ਹੈ ਵੀ ਮੇਰਾ ਤਾਂ ਪਿਛਲੇ ਸਾਲ ਜਿੱਥੇ ਨੁਕਸਾਨ ਹੋਇਆ ਉਹ ਹੋਇਆ ਸਭ ਤੋਂ ਵੱਧ ਜਿਹੜੇ ਪਿੰਡ ਦੇ ਨੇੜੇ ਖੇਤ ਸੀ, ਜਿਨ੍ਹਾਂ ਨੂੰ ਅਸੀਂ ਨਈਆਂ ਬੋਲਦੇ ਹਾਂ ਜਟਕੀ ਭਾਸ਼ਾ ਨਾਲ। ਅਤੇ ਜਿਹੜੀਆਂ ਛਟੀਆਂ ਪਈਆਂ ਉਹ ਫਿਰਨੀਆਂ ਦੇ ਪਈਆਂ, ਅਤੇ ਫਿਰਨੀਆਂ ਦੇ ਉਹਨਾਂ ਲੋਕਾਂ ਦੀਆਂ ਵੀ ਛਟੀਆਂ ਪਈਆਂ ਜਿਨ੍ਹਾਂ ਦੇ ਖੇਤ ਦੂਰ ਹੈ। ਉਹਨਾਂ ਦੇ ਮਨ 'ਚ ਹੈ ਵੀ ਸਾਡਾ ਤਾਂ ਖੇਤ ਹੱਦ 'ਤੇ ਹੈ, ਸਾਡੇ ਤਾਂ ਨਰਮਾ ਹੋ ਜੂ, ਅਸੀਂ ਛਟੀਆਂ ਕਿਉਂ ਫਰੋਲ ਗਏ। ਜੇ ਭਮੱਕੜ ਪਹਿਲਾਂ 2017 ਦੇ ਵਿੱਚ ਗੁਜਰਾਤ 'ਚ ਆਇਆ, ਫਿਰ ਜੀਂਦ ਆਇਆ, ਫਿਰ ਬਠਿੰਡੇ ਆਇਆ, ਜੇ ਇੰਨੀ ਵਾਰ ਜਾ ਸਕਦਾ, ਜਿਹੜਾ ਨਈਆਂ ਤੋਂ ਇਹ ਤੁਹਾਡੇ ਖੇਤ ਤੱਕ ਵੀ ਜਾ ਸਕਦਾ। ਸਾਨੂੰ ਸਾਰਿਆਂ ਨੂੰ ਹਿੰਮਤ ਕਰਕੇ ਅੱਜ ਛਟੀਆਂ ਹਿਲਾ ਕੇ ਲੱਕੜਾਂ ਸਾਂਭ ਕੇ ਰੱਖ ਲੈਣੀਆਂ ਚਾਹੀਦੀਆਂ। ਅਤੇ ਪਰ ਇੱਕ ਵਹਿਮ ਹੋਰ ਪੈ ਰਿਹਾ, 50% ਛਟੀਆਂ ਲੇਬਰ ਕੋਲੇ ਹੈ, ਅਤੇ ਲੇਬਰ ਕਹਿੰਦੀ ਸਾਡੇ ਕਿਹੜਾ ਨਰਮਾ ਬੀਜਿਆ। ਉਹ ਭਾਈ ਤੁਹਾਡੇ ਕਿਸਾਨ ਦੇ ਤਾਂ ਹਾਲੇ ਉਹਨੂੰ ਕੋਈ ਬਚੇ ਨਾ ਬਚੇ। ਐਕਚੁਅਲੀ ਜਿੱਥੇ 1 ਕਿੱਲਾ ਨਰਮਾ ਹੀ ਬੀਜਿਆ ਉਹਦੇ 'ਚ ਸਾਰੀ ਲੇਬਰ ਦਾ ਸ਼ੇਅਰ ਹੈ। ਜਿੰਨੇ ਕੁਆਂਟਲ ਨਰਮਾ ਹੋਣਾ ਹੈ ਉਹਨਾਂ ਕਿੱਲੇ ਦਾ ਉਹਦੇ ਸ਼ੇਅਰ ਹੈ। ਜੇ 10 ਕੁਆਂਟਲ ਹੋ ਗਿਆ ਲੇਬਰ ਦਾ 10,000 ਹੋ ਗਿਆ, ਜੇ 12 ਕੁਆਂਟਲ ਹੋ ਗਿਆ 12,000 ਹੋ ਗਿਆ। ਸਭ ਤੋਂ ਵੱਡਾ ਰੁਜ਼ਗਾਰ ਦਾ ਸਾਧਨ ਮਾਲਵੇ ਏਰੀਏ 'ਚ ਕਾਟਨ ਹੈ। ਪਹਿਲਾਂ ਤਾਂ ਉਹ ਚਗਾਈ ਵੇਲੇ ਸਾਰੀ ਲੇਬਰ ਨੂੰ 2 ਮਹੀਨੇ ਰੁਜ਼ਗਾਰ ਮਿਲਣਾ ਹੈ, ਫਿਰ ਮਹੀਨਾ ਟੀਂਡੇ ਕੱਢਣ ਵੇਲੇ ਰੁਜ਼ਗਾਰ ਮਿਲਣਾ ਹੈ। ਕਾਟਨ ਇੱਕ ਇਹੋ ਜਿਹੀ ਫਸਲ ਹੈ ਜਿਹੜਾ ਜੇ ਬੰਦਾ ਲੱਤ ਤੋਂ ਲੱਗੜਾ ਬੈਠਾ ਟੀਂਡੇ ਕੱਢੀ ਜਾਊ, ਜੇ ਬੰਦੇ ਨੂੰ ਦੀਦਾ ਨਹੀਂ ਤਾਂ ਵੀ ਟੀਂਡੇ ਕੱਢੀ ਜਾਊ, ਜੇ ਬੋਲਾ ਤਾਂ ਵੀ ਕੱਢੀ ਜਾਊ। ਮਤਲਬ ਇਹ ਲੂਲੇ ਲੰਗੜੇ ਬੋਲੇ ਨੂੰ ਸਭ ਨੂੰ ਰੁਜ਼ਗਾਰ ਦਿੰਦਾ, ਬੀਜਣ ਤੋਂ ਲਾ ਕੇ ਮਾਰਕੀਟ ਵੇਚਣ ਤੱਕ। ਕਿਸਾਨ ਵੀਰੋ, ਜੇਕਰ ਤੁਸੀਂ ਫਸਲ ਦੀ ਨਰਮੇ ਦੀ ਜਿਹੜੀ ਰੌਣੀ ਹੈ ਉਹ ਨਹਿਰੀ ਪਾਣੀ ਨਾਲ ਕੀਤੀ ਹੈ ਤਾਂ ਕਾਮਯਾਬੀ ਵਾਲੀ ਗੱਲ ਹੈ। ਜੇਕਰ ਉਸ ਤੋਂ ਬਾਅਦ ਬੋਰਾਂ ਵਾਲੇ ਪਾਣੀ ਨਾਲ ਕੀਤੀ ਹੈ ਜਾਂ ਖਾਰੇ ਪਾਣੀ ਨਾਲ ਕੀਤੀ ਹੈ ਤਾਂ ਉੱਥੇ ਰਿਸਕ ਦੇ ਵਿੱਚ ਚਲੇ ਗਏ। ਇਸੇ ਤਰੀਕੇ ਨਾਲ ਵਹਾਈ ਹੈ, ਜੇਕਰ ਵਹਾਈ ਡੂੰਘੀ ਵਹਾਈ ਕੀਤੀ ਹੈ ਤਾਂ ਤੁਸੀਂ ਸਹੀ ਕੰਮ ਕੀਤਾ ਹੈ। ਜੇਕਰ ਵਹਾਈ ਦੇ ਵਿੱਚ ਥੋੜ੍ਹੀ ਜਿਹੀ ਬਹੁਤੀ ਅਣਗਹਿਲੀ ਕੀਤੀ ਹੈ ਤਾਂ ਰਿਸਕ ਦੇ ਵਿੱਚ ਉੱਥੇ ਚਲੇ ਗਏ। ਹੁਣ ਡਾਕਟਰ ਸਾਹਿਬ ਦੱਸੋ ਕਿ ਜਿਹੜੀਆਂ ਖਾਦਾਂ ਸੰਬੰਧੀ ਕੀ ਜਿਹੜੀਆਂ ਆਈਆਂ ਫਸਲਾਂ ਨਰਮੇ ਨੂੰ ਜਿਹੜੀ ਖਾਦ ਹੈ ਉਹ ਕਿਸ ਤਰ੍ਹਾਂ ਦੀ ਮਿਲਣੀ ਚਾਹੀਦੀ ਹੈ, ਰੂੜੀ ਦੀ ਖਾਦ ਤੋਂ ਲੈ ਕੇ ਦੂਸਰੀ ਰਸਾਇਣਿਕ ਖਾਦ ਤੱਕ? ਕਿਸਾਨ ਵੀਰੋ, ਪਹਿਲਾਂ ਤਾਂ ਸਾਨੂੰ ਤਕਰੀਬਨ 1 ਸਾਲ ਨਹੀਂ 1 ਸਾਲ ਛੱਡ ਕੇ ਸਾਨੂੰ ਆਪਦੇ ਖੇਤ ਦੀ ਮਿੱਟੀ ਟੈਸਟ ਕਰਾ ਲੈਣੀ ਚਾਹੀਦੀ ਹੈ। ਜਿਹੜੀਆਂ ਖਾਦਾਂ ਲੋੜ ਆ ਉਹ ਅਸੀਂ ਖੇਤ ਦੇ ਵਿੱਚ ਪਾਈਏ, ਜਿਹੜੀਆਂ ਚੀਜ਼ਾਂ ਦੀ ਲੋੜ ਹੈ ਨਹੀਂ ਉਹ ਅਸੀਂ ਨਾ ਪਾਈਏ। ਤਕਰੀਬਨ ਜੇ ਹਾੜੀ ਦੀ ਫਸਲ ਨੂੰ ਤੁਸੀਂ 55 ਕਿਲੋ 60 ਕਿਲੋ DAP ਪਾਈ ਹੈ ਤਾਂ ਸਾਉਣੀ ਦੀ ਫਸਲ ਵਾਸਤੇ ਤੁਹਾਨੂੰ ਕੋਈ DAP, ਕੋਈ ਸੁਪਰ, ਕੋਈ ਪਟਾਸ ਵੀ ਪਾਉਣ ਦੀ ਲੋੜ ਨਹੀਂ। ਪਰ ਜੇ ਤੁਸੀਂ ਉਹਦੇ 'ਚ ਘੱਟ ਪਾਈ ਹੈ ਤਾਂ ਫਿਰ ਤੁਹਾਨੂੰ ਜਿਹਦਾ ਮਿੱਟੀ ਟੈਸਟ ਕਰਾਈ ਹੈ ਸੋਨੇ 'ਤੇ ਸੁਹਾਗਾ ਹੈ। ਅਤੇ ਨਹੀਂ ਤੁਹਾਨੂੰ ਜਿਹੜੀਆਂ ਇਹ ਦੋਗਲੀਆਂ ਕਿਸਮਾਂ ਇਹਨੂੰ 27 ਕਿਲੋ DAP ਤੁਸੀਂ
ਸਹੀ ਬਣੇ ਤਾਂ ਬਿਜਾਈ ਦੇ ਨਾਲ ਇਹਦਾ ਅੱਜ ਕੱਲ੍ਹ 3 ਪਾੜਿਆਂ ਦਾ ਬੀਜਣ ਦਾ ਰਿਵਾਜ ਪੈ ਗਿਆ, ਬਿਜਾਈ 4 ਪਾੜਿਆਂ ਦੀ ਚਾਹੀਦੀ ਸੀ, ਉਹਦੇ ਨਾਲ ਨੰਬਰ ਆਫ ਪਲਾਂਟ ਪੂਰੇ ਹੁੰਦੇ। ਉਹਦੇ ਨਾਲ ਕਰਕੇ ਸੀਲੋ ਇੱਕ ਫਾਸਫੋਰਸ ਐਸੀ ਹੈ ਜਿੱਥੇ ਤੁਸੀਂ ਬੀਜ ਥੱਲੇ ਸਿੱਟਤੀ ਉੱਥੇ ਪਈ ਰਹਿਣੀ ਹੈ। ਪੌਦੇ ਦੀ ਜੜ ਨੂੰ ਚੱਲ ਕੇ ਇਹਦੇ ਕੋਲੇ ਜਾਣਾ ਪੈਣਾ ਹੈ। ਫਾਸਫੋਰਸ ਨੇ ਚੱਲ ਕੇ ਪੌਦੇ ਦੀ ਜੜ ਦੇ ਨੇੜੇ ਨਹੀਂ ਜਾਣਾ। ਕਈ ਕਿਸਾਨ ਕਰਦੇ ਆ ਇੱਕ ਬੋਰੀ ਸੁਪਰ ਦੀ ਪਾ ਦਿੰਦੇ ਤੇ ਅੱਧੀ ਬੋਰੀ DAP ਦੀ ਪਾ ਦਿੰਦੇ ਆ। ਉਹ ਕਿਸਾਨ ਵੀਰੋ DAP ਦੇ ਵਿੱਚ ਵੀ ਫਾਸਫੋਰਸ ਤੇ ਨਾਈਟ੍ਰੋਜਨ ਹੀ ਹੈ। ਇੱਕ ਬੋਰੀ ਦੇ ਵਿੱਚ 3 ਬੋਰੀਆਂ ਸੁਪਰ ਦੀਆਂ ਬਣ ਜਾਂਦੀਆਂ ਤੇ 19 ਕਿਲੋ 8 ਕਿਲੋ ਯੂਰੀਆ ਬਣ ਜਾਂਦੀ ਹੈ। ਸਾਨੂੰ ਜਾਂ ਤਾਂ 75 ਕਿਲੋ ਸੁਪਰ ਫਾਸਫੇਟ ਪਾ ਦੇਣੀ ਚਾਹੀਦੀ ਹੈ ਜਾਂ 27 ਕਿਲੋ DAP ਪਾਣੀ ਚਾਹੀਦੀ ਹੈ। ਪਰ ਜਿਹੜੀ ਨਵੀਂ ਸਿਫਾਰਿਸ਼ ਐਗਤੀ ਯੂਨੀਵਰਸਿਟੀ ਨੇ ਕੀਤੀ ਹੈ, ਆ ਯੂਨੀਵਰਸਿਟੀ ਦੀ ਜਿਹੜੀ ਨਵੀਂ ਬੁੱਕ ਹੈ, ਜਿਹੜੀ ਆ ਯੂਨੀਵਰਸਿਟੀ ਦੀ ਨਵੀਂ ਬੁੱਕ ਹੈ, ਇਹਦੇ ਪਹਿਲੇ ਪੇਜ ਤੇ ਹੀ ਪਹਿਲੇ ਪੇਜ ਤੇ ਹੀ 25 ਕਿਲੋ ਮੈਗਨੀਸ਼ੀਅਮ ਕਿੱਲੇ ਦਾ ਬਿਜਾਈ ਵੇਲੇ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਹੈ। ਤਕਰੀਬਨ ਮੇਰੇ ਹਿਸਾਬ ਨਾਲ ਵੀ 98% ਲੋਕਾਂ ਨੇ ਨਰਮੇ 'ਚ ਮੈਗਨੀਜ਼ ਸਲਫੇਟ ਨਹੀਂ ਪਾਇਆ। ਜਿਹੜੇ ਪੱਤੇ ਪਿੱਛੋਂ ਆ ਕੇ ਲਾਲ ਹੁੰਦੇ ਆ, ਅਸੀਂ ਕਹਿ ਦਿੰਦੇ ਹਾਂ ਫੰਗਸ ਪੈ ਗਈ, ਐਕਚੁਅਲੀ ਫੰਗਸ ਨਹੀਂ ਹੁੰਦੀ, ਮੈਗਨੀਸ਼ੀਅਮ ਦੀ ਕਮੀ ਆ ਜਾਂਦੀ ਹੈ ਜਿਹਦੇ ਨਾਲ ਪੱਤੇ ਲਾਲ ਹੋ ਜਾਂਦੇ ਹੈ ਅਤੇ ਉੱਪਰਲਾ ਜਿਹੜਾ ਨਰਮਾ ਉਹ ਫਲ ਸਿੱਟ ਜਾਂਦਾ ਹੈ। ਸਾਡੇ ਝਾੜ 'ਚ ਬਹੁਤ ਵੱਡੀ ਕਮੀ ਆ ਜਾਂਦੀ ਹੈ ਅਤੇ ਇਸ ਕਰਕੇ ਸਾਨੂੰ ਜਿਹੜਾ ਮੈਗਨੀਜ਼ ਸਲਫੇਟ ਜੇ ਤਾਂ ਪਹਿਲਾਂ ਬਿਜਾਈ ਵੇਲੇ ਪਾਤਾ ਓਕੇ, ਅਤੇ ਨਹੀਂ ਪਹਿਲੇ ਪਾਣੀ ਵੇਲੇ 25 ਕਿਲੋ ਮੈਗਨੀਜ਼ ਸਲਫੇਟ ਵੀ ਦੇਣਾ ਚਾਹੀਦਾ। PAU ਦੀ ਨਵੀਂ ਸਿਫਾਰਿਸ਼ ਹੈ। ਉਦੋਂ ਬਾਅਦ ਜਿਹੜੀਆਂ ਦੋਗਲੀਆਂ ਕਿਸਮਾਂ ਇਹ ਯੂਰੀਆ ਕਮ ਸੇ ਕਮ ਕਿਸਾਨਾਂ ਦੇ ਇੱਕ ਪਿਛਲੇ ਸਾਲ ਵਹਿਮ ਪੈ ਗਿਆ ਵੀ ਜਿਹੜੇ ਖੇਤਾਂ ਜ਼ਿਆਦਾ ਹਰੇ ਭਰੇ ਸੀ ਉਹਨਾਂ 'ਚ ਸੁੰਡੀ ਦਾ ਜ਼ਿਆਦਾ ਅਟੈਕ ਆ ਗਿਆ। ਉਹ ਕਿਸਾਨ ਵੀਰੋ ਹਰੇ ਭਰੇ ਖੇਤਾਂ 'ਚ ਅਟੈਕ ਤਾਂ ਵੱਧ ਆ ਗਿਆ, ਜਿਹੜੇ ਖੇਤਾਂ 'ਚ ਅਟੈਕ ਘੱਟ ਆਇਆ, ਖਾਦਾਂ ਘੱਟ ਪਈਆਂ, ਝਾੜ ਵੀ ਉਹ 10-12 ਮਣ ਹੀ ਰਿਹਾ। 10-12 ਮਣ ਝਾੜ ਨਾਲ ਨਰਮੇ ਦਾ ਸਾਡਾ ਘਰ ਨਹੀਂ ਪੂਰਾ ਹੁੰਦਾ। ਨਰਮੇ ਦਾ ਝਾੜ ਦਾ ਤਕਰੀਬਨ ਸਾਡੇ ਮਾਈਂਡ 'ਚ ਰੱਖਣਾ ਚਾਹੀਦਾ, ਸਾਨੂੰ 16 ਕੁਇੰਟਲ ਤੋਂ ਘੱਟ ਨਰਮਾ ਨਹੀਂ ਚੁਗਣਾ ਚਾਹੀਦਾ। ਮੈਂ ਆਪਦੀ ਲਾਈਫ 'ਚ ਮੇਰਾ ਖਿਆਲ ਇਦੋਂ ਪਹਿਲਾਂ ਬੜੇ ਫਾਰਮਰਾਂ ਦੇ ਹੈ ਜਿਨ੍ਹਾਂ ਦੇ ਪਿਛਲੇ ਸਾਲ ਵੀ 40 ਮਣ 16.5 ਕੁਇੰਟਲ ਨਰਮਾ ਆਇਆ, ਅਤੇ ਮੇਰੀ ਲਾਈਫ 'ਚ ਘੱਟੋ ਘੱਟ 10-20 ਵਾਰੀ ਇਹੋ ਜਿਹਾ ਨਰਮਾ ਜਿਹੜੇ ਕੁਛ ਖੇਤ 40 ਮਣ ਨਿਕਲੇ ਹੈ। ਜੇ ਖੇਤ 5-7-10-40 ਮਣ ਨਿਕਲੇ, ਬਾਕੀ ਕਿਉਂ ਨਹੀਂ ਨਿਕਲ ਸਕਦੇ? ਸਾਨੂੰ ਨਾਈਟ੍ਰੋਜਨ ਵੀ ਕਮ ਸੇ ਕਮ ਦੋਗਲੀਆਂ ਕਿਸਮਾਂ ਜਿਹੜੀਆਂ ਉਹਨੂੰ 3 ਬੋਰੀਆਂ ਪਾਉਣ ਦੀ ਲੋੜ ਪੈਣੀ ਹੈ। ਪਹਿਲੀ ਬੋਰੀ ਪਾਉਣੀ ਹੈ ਪਹਿਲੇ ਪਾਣੀ ਵੇਲੇ, ਅਤੇ ਬੂਟੇ ਵਿਰਲੇ ਕੋਸ਼ਿਸ਼ ਤਾਂ ਕਰੋ ਜਿਹੜਾ ਨਰਮਾ ਗਿੱਟ ਹੋ ਗਿਆ ਉਹਨੂੰ ਹੁਣੇ ਹੀ ਵਿਰਲਾ ਕਰ ਦਿਓ। ਕਿਤੇ ਵੀ ਖੇਤ ਦੇ ਵਿੱਚ ਤੁਹਾਨੂੰ 1 ਫੁੱਟ ਤੋਂ 1.5 ਫੁੱਟ ਤੋਂ ਆਪਦੇ ਖੇਤ ਦੇ ਹਿਸਾਬ ਨਾਲ, ਜੇ ਹਲਕੀ ਰੇਤਲੀ ਪੈਲੀ ਹੈ, ਨੰਬਰ ਆਫ ਪਲਾਂਟ ਵੱਧ ਚਾਹੀਦੇ ਹੈ ਤਾਂ ਉੱਥੇ ਬੂਟਾ ਕਰ ਦਿਓ ਤੇ 1 ਫੁੱਟ 'ਤੇ, ਅਤੇ ਜੇ ਪੈਲੀ ਭਾਰੀ ਹੈ ਥੋੜ੍ਹੀ ਜਿਹੀ ਉਦੋਂ ਕਰ ਦਿਓ 1.5 ਫੁੱਟ 'ਤੇ। ਜੇ ਪੈਲੀ ਤੁਹਾਨੂੰ ਲੱਗਦੀ ਹੈ ਸਾਡੀ ਹੋਰ ਭਾਰੀ ਹੈ, ਬੂਟਾ ਫਿਰ ਮੱਲੋ ਬਿੱਲ ਵਧੂਗਾ ਅਤੇ ਫਿਰ ਬੂਟਾ ਕਰ ਦਿਓ 2 ਫੁੱਟ ਦੇ ਫਾਸਲੇ 'ਤੇ। ਤੁਹਾਨੂੰ ਜਿੰਨੀ ਪੈਲੀ ਭਾਰੀ ਹੈ ਉਹਨਾਂ ਬੂਟੇ ਨੇ ਆਪਦਾ ਕਾਰ ਵੱਧ ਲੈਣਾ, ਟੀਂਡੇ ਬੂਟੇ ਨੇ ਆਪਦੇ ਕਾਰ ਹਿਸਾਬ ਨਾਲ ਲਾਉਣੇ ਹੈ। ਤਕਰੀਬਨ ਜੇ ਅਸੀਂ 2.25 ਫੁੱਟ 'ਤੇ ਓੜਾ ਹੈ ਅਤੇ ਬੂਟੇ ਤੋਂ ਬੂਟਾ ਫੁੱਟ 'ਤੇ ਰੱਖ ਲਈਏ, 19,000 ਬੂਟਾ ਕਿੱਲੇ ਸਾਡੇ ਆ ਜਾਂਦਾ ਹੈ। 19,000 ਬੂਟੇ ਆਉਣ ਨਾਲ ਜੇ ਕਿੱਲੇ ਨੂੰ ਬੂਟੇ ਨੂੰ 30-40 ਟਿੰਡੇ ਵੀ ਲੱਗਣ ਤਾਂ ਤਕਰੀਬਨ 19 ਕੁਇੰਟਲ ਸਾਡਾ ਨਰਮਾ ਕਿੱਲੇ ਦਾ ਆ ਜਾਂਦਾ ਹੈ। ਮਹਿਣਾ ਜੇ ਸਾਡੇ 1.5 ਫੁੱਟ 'ਤੇ ਹੋ ਗਿਆ ਤਾਂ 16,000 ਬੂਟਾ ਆ ਜਾਊਗਾ, ਜੇ 2.25 ਫੁੱਟ 'ਤੇ ਹੋ ਗਿਆ 12,000 ਆ ਜਾਊਗਾ, ਜੇ ਫੁੱਟ ਦੇ ਇਹਦਾ 30 ਟਿੰਡੇ ਲੱਗ ਜਾਣਗੇ, ਜੇ 1.5 ਫੁੱਟ ਦੇ ਇਹਦਾ 40 ਟਿੰਡੇ ਲੱਗ ਜਾਣਗੇ, ਜੇ 2.25 ਫੁੱਟ ਦੇ ਫਿਰ ਇੱਕ ਪੌਦੇ ਨੂੰ 50 ਟਿੰਡੇ ਤੱਕ ਵੀ ਆ ਸਕਦੇ ਆ। ਅਤੇ ਜਿਹੜਾ ਝਾੜ ਆ ਸਾਡਾ ਉਹ 16 ਕੁਇੰਟਲ ਤੋਂ ਉੱਪਰ ਸਾਡਾ ਟਾਰਗੇਟ ਰੱਖ ਕੇ ਸਾਨੂੰ ਚੱਲਣਾ ਚਾਹੀਦਾ ਹੈ। ਫਿਰ ਸਾਡੇ ਘਰ ਦੇ ਖਰਚੇ ਪੂਰੇ ਹੋਣਗੇ। ਨਹੀਂ ਜਿਹੜੀਆਂ 60-60 ਹਜ਼ਾਰ ਜ਼ਮੀਨਾਂ ਠੇਕੇ 'ਤੇ ਲੈ ਕੇ ਇੰਨੀਆਂ ਮਹਿੰਗੀਆਂ ਬੀ ਪਾ ਕੇ, ਇੰਨੀਆਂ ਮਹਿੰਗੀਆਂ ਦਵਾਈਆਂ ਪਾ ਕੇ, ਫਿਰ ਸਾਡਾ ਘਰ ਨਹੀਂ ਪੂਰਾ ਹੋਣਾ। ਜੇ ਅਸੀਂ ਆਮਦਨ ਕਰਨੀ ਹੈ, ਮੈਂ ਨਾ ਸਾਡੇ ਨਾਲ ਕੋਈ ਕਸਟਮਰ ਬਹਿ ਕੇ ਟੇਬਲ 'ਤੇ ਗੱਲ ਕਰ ਲਏ, ਕੋਈ ਅਸੀਂ ਉਹਦੀ ਜਿਹੜੀ ਆਮਦਨ ਹੈ, ਜਿਹੜੀ ਬੱਚਤ ਹੈ, ਉਹਦੇ ਝਾੜ 'ਚ ਡਬਲ ਵਾਧਾ ਕਰ ਸਕਦੇ ਹਾਂ। ਜਿਵੇਂ ਮੋਦੀ ਸਰਕਾਰ ਨੇ ਕਿਹਾ ਸੀ 2014 ਤੋਂ 2022 'ਚੋਂ ਮੈਂ ਆਮਦਨ ਦੁੱਗਣੀ ਕਰ ਦੂੰ। ਅਸੀਂ ਕਹਿੰਦੇ ਹਾਂ ਸਾਡੇ ਨਾਲ ਕੋਈ ਕਿਸਾਨ ਟੇਬਲ 'ਤੇ ਬਹਿ ਕੇ ਗੱਲ ਕਰ ਲਏ, ਅਸੀਂ ਉਹਦੀ ਜਿਹੜੀ ਬੱਚਤ ਹੈ, ਇਹ ਨਹੀਂ ਗਾ ਨਰਮਾ ਜੇ 8 ਕੁਇੰਟਲ ਹੈ 16 ਕਰ ਦਾਂਗੇ, 16 ਤਾਂ ਉਹਦੇ 32 ਕਰ ਦਾਂਗੇ। ਜਿਹੜਾ ਉਹਨੂੰ ਉਹਦਾ ਖਰਚਾ ਕਰਕੇ ਠੇਕੇ ਦਾ, ਬਿਜਾਈ ਦਾ, ਰੇਹ ਦਾ, ਲਵਾਈ ਦਾ, ਉਹਦੀ ਜਿਹੜੀ ਬੱਚਤ ਹੈ ਉਹ ਉਹਦੀ ਡਬਲ ਹੋ ਸਕਦੀ ਹੈ। ਕਿਉਂ ਜੇ ਨਰਮਾ 2 ਕੁਇੰਟਲ ਵੀ ਵੱਧ ਗਿਆ ਤਾਂ ਤੁਹਾਡਾ 15-16 ਹਜ਼ਾਰ ਦੇ ਬਜਾਏ 30,000 ਵੱਧ ਗਿਆ, ਅਤੇ ਨਰਮੇ 'ਚੋਂ ਸਾਰੀਆਂ ਫਸਲਾਂ 'ਚੋਂ ਕੱਢ ਕੇ ਕਿਸਾਨ ਨੂੰ ਬਚਣਾ ਉਹੀ 10-15 ਹਜ਼ਾਰ ਹੁੰਦਾ।
ਕਿਸਾਨ ਵੀਰੋ, ਬਰਾੜ ਸਾਹਿਬ ਦੀ ਜਿਹੜੀ ਕਹਿਣ ਦੀ ਮਤਲਬ ਹੈਗਾ ਕਿ ਮੁਨਾਫਾ ਦੁੱਗਣਾ ਕਰ ਸਕਦੇ ਆ, ਲਾਭ ਜਿਹਨੂੰ ਨੈਟ ਪ੍ਰੋਫਿਟ ਬੋਲਦੇ ਆ। ਹੁਣ ਬਰਾੜ ਸਾਹਿਬ ਜਿਹੜੇ ਨਦੀਨ ਹੈ ਨਰਮੇ ਦੇ ਵਿੱਚ, ਉਹਨਾਂ ਦੀ ਰੋਕਥਾਮ ਦੇ ਲਈ ਕੀ ਕੀ ਉਪਰਾਲੇ ਕਰ ਸਕਦਾ ਫਾਰਮਰ? ਕਿਸਾਨ ਵੀਰੋ, ਨਦੀਨ ਅੱਗੇ ਬਹੁਤੇ ਤੰਗ ਕਰਦੇ ਸੀ। ਅੱਜ ਕੱਲ੍ਹ ਤਕਰੀਬਨ ਟਰੈਕਟਰਾਂ ਟਰੂਟਾਂ ਨਾਲ ਚੰਗਾ ਹਲ ਵਾਇਆ, ਨਦੀਨ ਬਹੁਤੇ ਹੁੰਦੇ ਨਹੀਂ। ਜੇ ਨਦੀਨ ਹੁੰਦੇ ਵੀ ਹੈ, ਕੋਸ਼ਿਸ਼ ਕਰੋ ਤੁਸੀਂ ਹਲ ਮਾਰ ਕੇ ਨਦੀਨ ਕੰਟਰੋਲ ਕਰ ਲਓ, ਜਿਹਦੇ ਨਾਲ ਖਰਚਾ ਬੜਾ ਘੱਟ ਹੁੰਦਾ ਹੈ। ਉਦੋਂ ਬਾਅਦ ਹੁੰਦਾ ਜਿਹੜੀਆਂ ਵੀਡੀਸਾਈਡ ਦਵਾਈਆਂ ਹੈ, ਅੱਡ ਅੱਡ ਹੈ, ਕੋਈ ਚੌੜੇ ਪੱਤੇ ਵਾਲੀ ਹੈ, ਕੋਈ ਬਰੀਕ ਪੱਤੇ ਵਾਲੀ ਹੈ, ਜਿਹੜੀ ਕਰਕੇ ਉਸ ਨੂੰ ਨਦੀਨ ਕੰਟਰੋਲ ਕਰਨੀ ਚਾਹੀਦੀ ਹੈ। ਜੇ ਨਦੀਨ ਨਾ ਹੋਏ, ਜਿਹੜੀ ਤੁਹਾਡੀ ਫਰਟੀਲਾਈਜ਼ਰ ਆ ਖੇਤ ਦੀ, ਤਕਰੀਬਨ ਉਹ 70% ਖਾਦ ਵੀ ਤੁਹਾਡੇ ਖੇਤ ਦੀ ਖਾ ਜਾਂਦੀ ਹੈ। ਉਹਦੇ 'ਤੇ ਕੀੜੇ ਵੀ ਵੱਧ ਆਉਂਦੇ ਹੈ ਅਤੇ ਤੁਹਾਡੇ ਖੇਤ ਦਾ ਬਹੁਤ ਵੱਡਾ ਨੁਕਸਾਨ ਆ। ਸਾਨੂੰ ਖੇਤ ਤਾਂ ਇਉਂ ਸਾਫ਼ ਰੱਖਣਾ ਚਾਹੀਦਾ ਹੈ ਜਿਵੇਂ ਪੁਰਾਣੇ ਜ਼ਮਾਨੇ 'ਚ ਅੱਗੇ ਸਾਧਾਂ ਦੇ ਡੇਰੇ ਹੁੰਦੇ ਸੀ ਅਤੇ ਲੋਕ ਚੰਗੀ ਭੰਗ ਭੂੰਗ ਪੀ ਕੇ ਅਤੇ ਕੂਚੀ ਲੈ ਕੇ ਡੇਰਾ ਸੁੰਭਰੀ ਜਾਂਦੇ ਸੀ। ਸਾਧ ਦੇ ਡੇਰੇ ਵਾਂਗੂ ਸਾਫ਼ ਰੱਖੋ ਖੇਤ ਨੂੰ। ਤਾਂ ਤੁਹਾਨੂੰ ਖੇਤ ਦੇ ਵਿੱਚ ਕੋਈ ਕਿਸੇ ਨਦੀਨ ਦੀ ਤਿੜ ਤੇ ਹੋਣੀ ਨਹੀਂ ਚਾਹੀਦੀ। ਉਹ ਤਾਂ ਆਊਗੀ ਜੇ ਹਰ ਰੋਜ਼ ਤੁਸੀਂ ਖੇਤ ਜਾਂਦੇ ਹੋ। ਜੇ ਤੁਹਾਡੇ ਖੇਤ 'ਚ ਨਦੀਨ ਹੋ ਗਏ, ਤੁਹਾਡੇ ਕੀੜੇ ਵੀ ਜ਼ਿਆਦਾ ਆਉਣਗੇ ਅਤੇ ਬਿਮਾਰੀਆਂ ਵੀ ਜ਼ਿਆਦਾ ਆਉਣਗੀਆਂ। ਬਿਮਾਰੀਆਂ ਅਗਲੀ ਗੱਲ ਹੈ, ਕਈ ਸਾਨੂੰ ਜਿਹੜੀ ਫੰਗੀਸਾਈਡ ਹੈ, ਪਹਿਲਾਂ ਇਹ ਕਹਿਣਾ ਵੀ ਜਿਹੜੀਆਂ ਦਵਾਈਆਂ ਇਸ ਟਾਈਮ ਯੂਜ ਹੋ ਰਹੀਆਂ ਹੈ, ਮੇਰੇ ਮੁਤਾਬਕ 50% ਤਾਂ ਓਵਰਡੋਜ਼ ਜਾਂ ਅੰਡਰਡੋਜ਼ ਹੋ ਰਹੀਆਂ, ਜਿਹੜੀਆਂ ਨਾ ਦੋਨਾਂ ਦਾ ਹੀ ਬਹੁਤ ਵੱਡਾ ਨੁਕਸਾਨ ਹੈ। ਅਤੇ 80% ਦਵਾਈਆਂ ਜਿਹੜੀਆਂ ਜਾਂ ਫਰਟੀਲਾਈਜ਼ਰ ਯੂਜ ਹੋ ਰਹੀ ਹੈ ਟਾਈਮ ਤੋਂ ਅੱਗੇ ਜਾਂ ਪਿੱਛੇ। ਹੁਣ ਜਿਵੇਂ ਤੁਸੀਂ ਐਂ ਲਾ ਲਓ ਵੀ ਥਾਇਓਮੈਕਸ, ਕਟਾਰਾ ਵਗੈਰਾ ਜਿਹਨੂੰ ਕਹਿੰਦੇ ਆ, ਮਿੱਡਾ ਕਹਿੰਦੇ ਆ, ਇਹਨਾਂ ਦੀ ਡੋਜ਼ ਜਿੱਥੇ 40 ਗ੍ਰਾਮ ਹੈ, 50 ਗ੍ਰਾਮ ਹੈ, ਉਹਨਾਂ ਦੀ ਡੋਜ਼ ਤਾਂ ਲੋਕਾਂ ਨੇ 60 ਗ੍ਰਾਮ, 100 ਗ੍ਰਾਮ, 150 ਗ੍ਰਾਮ ਕਰ ਲਈ। ਉਹਦੇ ਨਾਲ ਦੋ ਚੀਜ਼ਾਂ ਹੈ, ਇੱਕ ਤਾਂ ਪ੍ਰਦੂਸ਼ਣ ਜ਼ਿਆਦਾ ਫੈਲਦਾ ਹੈ, ਇੱਕ ਕੀੜਿਆਂ ਦੀ ਸਹਿਣ ਸ਼ਕਤੀ ਵੱਧ ਹੁੰਦੀ ਹੈ, ਸਾਡਾ ਜਿਹੜਾ ਬਜਟ ਆ ਜੇਬ ਦਾ ਉਹ ਵੀ ਖਰਾਬ ਹੁੰਦਾ ਹੈ। ਅਤੇ ਜਦੋਂ ਤੁਸੀਂ ਓਵਰਡੋਜ਼ ਪਾ ਲੈਂਦੇ ਹੋ, ਜਿਹੜੇ ਮਾੜੇ ਅਨਸਰ ਮਾੜੀਆਂ ਦਵਾਈਆਂ ਵੇਚਦੇ ਆ, ਉਹਨਾਂ ਦੀ ਵੀ ਕੰਪਲੇਂਟ ਨਹੀਂ ਆਉਂਦੀ, ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ। ਜੇ ਤੁਸੀਂ ਡੋਜ਼ ਸਹੀ ਪਾਓਗੇ, ਜਿਹੜੀਆਂ ਚੰਗੀਆਂ ਦਵਾਈਆਂ ਦੇ ਉਹ ਰਿਜ਼ਲਟ ਉਨੀ ਡੋਜ਼ ਨਾਲ ਵੀ ਆ ਜਾਣੇ ਹੈ। ਜੇ ਮਾੜੀ ਦਵਾਈ ਉਹਨੇ ਕੀਤੀ ਹੈ ਤਾਂ ਉਨੀ ਨਾਲ ਉਹਦਾ ਰਿਜ਼ਲਟ ਨਹੀਂ ਹੁੰਦਾ, ਉਹ ਵੀ ਦੁੱਧ ਕਿਆ ਦੁੱਧ, ਪਾਣੀ ਕਿਆ ਪਾਣੀ ਹੋ ਜਾਂਦਾ। ਸੈਕਿੰਡ ਜਿਹੜਾ ਫੰਗੀਸਾਈਡ ਹੈ, ਅਸੀਂ ਫੰਗੀਸਾਈਡ ਤਕਰੀਬਨ ਉਦੋਂ ਕਰਦੇ ਹਾਂ ਜਦੋਂ ਨਰਮੇ ਦੀ ਸਾਡੇ ਦੀ ਲਾਟ ਨਿਕਲਣ ਵਾਲੀ ਹੋ ਜਾਂਦੀ ਹੈ। ਐਕਚੁਅਲੀ ਤਾਂ ਉਹ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ। ਮਾਰਕੀਟ ਦੇ ਨਰਮਾ ਯਾਰ ਲਾਲ ਜਿਹਾ ਹੋ ਗਿਆ, ਕੋਈ ਫੰਗੀਸਾਈਡ ਸਪਰੇਅ ਦੇ ਕਰ ਲਈਏ। ਜਿਹੜੇ ਮਾਹਰ ਹੈ, ਸਾਨੂੰ ਵਿਗਿਆਨੀਆਂ ਦੇ ਆਖੇ ਲੱਗ ਜਾਣਾ ਚਾਹੀਦਾ, ਵਿਗਿਆਨੀ ਨਹੀਂ ਬਣਨਾ ਚਾਹੀਦਾ। ਉਹਨਾਂ ਨੇ ਆਪਦੀ ਜ਼ਿੰਦਗੀ ਸਾਰੀ ਲਾ ਕੇ ਯੂਨੀਵਰਸਿਟੀ 'ਚ ਫੇਰ ਆਹ ਕਿਤਾਬਾਂ ਲਿਖਦੀਆਂ, ਉਹਨਾਂ ਨੇ ਸਾਨੂੰ ਕਿਤਾਬਾਂ ਲਿਖ ਕੇ ਗਿਆਨ ਵੰਡਦਾ, ਭਾਈ ਅਸੀਂ ਇਕੱਲੇ ਇਕੱਲੇ ਘਰ ਨਹੀਂ ਆ ਸਕਦੇ, ਆਹ ਕਿਤਾਬਾਂ ਪੜ੍ਹ ਲਓ। ਉਹਨਾਂ ਨੇ ਲਿਖਿਆ ਪਹਿਲਾ ਮੀਂਹ ਜਦੋਂ ਵੱਡਾ ਪੈਂਦਾ ਹੈ, ਜੂਨ 'ਚ ਪਵੇ, ਜੁਲਾਈ 'ਚ ਪਵੇ, ਉਦੋਂ 2 ਦਿਨ ਬਾਅਦ ਕੋਈ ਤੁਸੀਂ ਫੰਗੀਸਾਈਡ ਸਪਰੇਅ ਕਰੋ। ਜਿਹੜੀ ਫੰਗਸ ਹੁੰਦੀ ਹੈ ਸਾਰੀ ਜ਼ਮੀਨ 'ਚ ਹੁੰਦੀ ਹੈ। ਪਹਿਲੇ ਮੀਂਹ ਪੈਣ ਨਾਲ ਜਿਹੜਾ ਜ਼ਮੀਨ ਦੇ ਵਿੱਚ ਰੇਤਾ ਹੁੰਦਾ, ਪੌਦੇ ਦੇ ਉੱਪਰ ਚਲਾ ਜਾਂਦਾ ਹੈ, ਉਹ ਕਣ ਉਹਦੇ ਫੰਗਸ ਦੇ ਰਹਿ ਜਾਂਦੇ। ਜਿਵੇਂ ਜਿਵੇਂ ਪੌਦਾ ਵੱਡਾ ਹੋਈ ਜਾਂਦਾ, ਉਵੇਂ ਉਵੇਂ ਉਹਦੇ 'ਚ ਫੰਗਸ ਵਧੀ ਜਾਂਦੀ ਹੈ। ਅਤੇ ਜਦੋਂ ਪੌਦਾ ਪੂਰਾ ਜਵਾਨ ਹੁੰਦਾ ਹੈ ਅਤੇ ਟੈਂਪਰੇਚਰ ਅੱਗੇ ਜਾ ਕੇ ਡਾਊਨ ਹੋਣ ਲੱਗ ਜਾਂਦਾ, ਉਦੋਂ ਫੰਗਸ ਆਪਦਾ ਰੰਗ ਦਿਖਾਉਂਦੀ ਹੈ ਅਤੇ ਪੱਤੇ ਲਾਲ ਹੋ ਜਾਂਦੇ ਆ। ਸਾਨੂੰ ਇਹਦਾ ਇਲਾਜ ਕਰਨ ਵਾਸਤੇ ਤਕਰੀਬਨ ਪਹਿਲਾ ਮੀਂਹ ਪੈਣ ਤੋਂ ਬਾਅਦ ਦੂਜੇ ਦਿਨ ਸਪਰੇਅ ਕਰ ਦੇਣੀ ਚਾਹੀਦੀ ਹੈ। ਇੱਕ ਸਾਨੂੰ ਫੰਗੀਸਾਈਡ ਜੇ ਲੋੜ ਆ ਤਾਂ ਉਦੋਂ 15 ਦਿਨਾਂ ਬਾਅਦ ਕਰ ਲੈਣੀ ਚਾਹੀਦੀ ਹੈ। ਸਾਨੂੰ ਅਸੀਂ ਕੀ ਕਰਦੇ ਹਾਂ, ਜਿਹੜੀ ਫੰਗੀਸਾਈਡ ਆ ਉਹ ਉਦੋਂ ਕਰਦੇ ਹਾਂ ਜਦੋਂ ਫਰੂਟ ਬਣਦਾ ਹੈ, ਅਤੇ ਫਰੂਟ ਵਾਲੀ ਸਪਰੇਅ ਉਦੋਂ ਕਰਦੇ ਹਾਂ ਜਦੋਂ 80% 50% ਫਰੂਟ ਡਿੱਗਣ ਲੱਗ ਜਾਂਦਾ। ਸਾਨੂੰ ਸਪਰੇਆਂ ਦੀ ਸਹੀ ਟਾਈਮ 'ਤੇ, ਸਹੀ ਡੋਜ਼ 'ਤੇ, ਸਹੀ ਤਰੀਕੇ ਨਾਲ, ਸਹੀ ਪਾਣੀ ਪਾ ਕੇ ਸਾਰਾ ਕੁਛ ਕਰਨਾ ਚਾਹੀਦਾ, ਤਾਂ ਪ੍ਰੋਪਰ ਝਾੜ ਮਿਲਣਾ ਹੈ। ਜੇ ਅਸੀਂ ਆ ਜਾਈਏ ਬੀਜ ਦਾ ਅਤੇ ਘਰੇ ਆ ਜਾਈਏ, ਫਿਰ ਪ੍ਰੋਪਰ ਝਾੜ ਨਹੀਂ ਮਿਲਣਾ। ਬਰਾੜ ਸਾਹਿਬ, ਜਿਹੜੇ ਪਾਣੀ ਨਰਮੇ ਨੂੰ ਕਿੰਨੇ ਚਾਹੀਦੇ ਹੈ, ਅਤੇ ਜਦ ਪਾਣੀ ਲਾਉਂਦਾ ਜਾਂ ਵੱਡਾ ਮੀਂਹ ਪੈ ਜਾਂਦਾ ਤਾਂ ਉਸ ਟਾਈਮ 'ਤੇ ਅਖੇੜਾ ਰੋਗ ਆਉਂਦਾ, ਉਹਦੇ ਤੋਂ ਬਚਣ ਲਈ ਫਾਰਮਰ ਨੂੰ ਕੀ ਯੂਜ਼ ਕਰਨਾ ਚਾਹੀਦਾ? ਇੱਕ ਤਾਂ ਨਰਮੇ ਦੀ ਫਸਲ ਨੂੰ ਇਹ ਹੈ ਵੀ ਜੇ ਇਹਨੂੰ ਮੀਂਹ 'ਤੇ ਡਿਪੈਂਡ ਕਰਦਾ, ਇਹ ਜੇ ਨਾ ਮੀਂਹ ਪਵੇ ਤਾਂ 4 ਤੋਂ 6 ਪਾਣੀਆਂ ਦੀ ਵੀ ਲੋੜ ਪੈ ਸਕਦੀ ਹੈ। ਜੇ ਬਰਸਾਤਾਂ ਟਾਈਮ ਨਾਲ ਪੈ ਜਾਣ ਤਾਂ 2-3 ਪਾਣੀਆਂ ਦੀ ਵੀ ਲੋੜ ਪੈਂਦੀ ਹੈ, ਕਿਉਂ ਇਹ ਨਰਮਾ ਇੰਨਾ ਕੋਈ ਬਾਹਲਾ ਮੀਂਹ ਨਹੀਂ ਭਾਲਦਾ। ਵੱਡੇ ਮੀਂਹ ਪੈਣ ਤੋਂ ਬਾਅਦ ਵਿਲਟ ਰੋਗ ਜਿਹਨੂੰ ਅਸੀਂ ਕਹਿੰਦਾ ਉਹ ਆ ਜਾਂਦਾ ਹੈ। ਉਹਨੂੰ ਕੋਬਾਕਲੋਰਾਈਡ ਦਵਾਈ ਹੈ, ਜੇ ਉਹ ਜਦੋਂ ਮੁਰਝਾਉਂਦਾ ਹੈ ਮੀਂਹ ਪੈਣ ਤੋਂ ਬਾਅਦ ਜਾਂ ਭਾਰਾ ਪਾਣੀ ਲੱਗਣ ਤੋਂ ਬਾਅਦ, ਉਹ ਉਸੇ ਦਿਨ 'ਤੇ ਸਪਰੇਅ ਕਰਤੀ, ਜਿੰਨਾ ਚਿਰ ਮੁਰਝਾਉਂਦਾ ਹੈ, ਫਿਰ ਤਾਂ ਉਹਦਾ ਇਲਾਜ ਹੋ ਜਾਂਦਾ ਹੈ। ਜੇ ਕਿਸਾਨ ਨੇ 2-4 ਦਿਨ ਲੰਘਾਤੇ ਫਿਰ ਉਹ ਬੂਟੇ ਮੁਰਝਾ ਜਾਂਦੇ। ਉਹ ਬਹੁਤ ਘੱਟ ਰੇਅਰ ਕੇਸ, ਮੇਰਾ ਖਿਆਲ 0.1% ਵੀ ਨਹੀਂ ਹੁੰਦਾ। ਉਹਦਾ ਕੋਈ ਐਡਾ ਵੱਡਾ ਲੋਸ ਵਾਲੀ ਗੱਲ ਨਹੀਂ ਹੁੰਦੀ। ਕਿਸਾਨ ਨੂੰ ਆਪਦੇ ਹਿਸਾਬ ਨਾਲ ਹੀ ਕੰਮ ਕਰ ਲੈਣਾ ਚਾਹੀਦਾ।
ਡਾਕਟਰ ਸਾਹਿਬ ਸਭ ਤੋਂ ਪਹਿਲਾ ਜਿਹੜਾ ਕੀੜਾ ਹੈ ਉਹ ਰਸ ਚੂਸਕ ਕੀੜਿਆਂ ਦਾ ਹਮਲਾ ਹੁੰਦਾ ਹੈ। ਰਸ ਚੂਸਕ ਕੀੜਿਆਂ ਵਾਸਤੇ ਕਿਹੜੀ ਦਵਾਈ ਸਪਰੇਅ ਕਰਨੀ ਪਏਗੀ, ਅਤੇ ਉਸ ਤੋਂ ਬਾਅਦ ਜਿਹੜੀ ਅਗਲਾ ਜਿਹੜਾ ਅਟੈਕ ਹੈ ਉਹ ਜ਼ਿਆਦਾਤਰ ਹੁਣ ਗੁਲਾਬੀ ਸੁੰਡੀ 'ਤੇ ਟਿਕਿਆ ਹੋਇਆ ਕਿ ਵੀ ਗੁਲਾਬੀ ਸੁੰਡੀ ਨਾ ਆਵੇ ਤਾਂ ਨਰਮਾ ਬਹੁਤ ਵੱਧ ਝਾੜ ਮਿਲ ਸਕਦਾ ਹੈ। ਤਾਂ ਉਸ ਤੋਂ ਬਾਅਦ ਪਹਿਲੇ ਰਸ ਚੂਸਕ ਕੀੜਿਆਂ ਦੇ ਬਾਰੇ ਦੱਸੋ ਅਤੇ ਫਿਰ ਗੁਲਾਬੀ ਸੁੰਡੀ ਬਾਰੇ ਵਿਸਤਾਰਪੂਰਵਕ ਦੱਸੋ। ਰਾਚੂਸ ਮਤਲਬ ਕੀੜਿਆਂ ਵਾਸਤੇ 5-6 ਦਵਾਈਆਂ ਹੈਗੀਆਂ। ਜਿਵੇਂ ਸਾਡੀ ਇੱਕ ਡੀਨੋਟ ਨਾਂ 'ਤੇ ਦਵਾਈ ਆਉਂਦੀ ਹੈ, ਜਿਵੇਂ ਆਮ ਲੋਕ ਥਾਇਓਮੈਕਸ ਵੀ ਕਹਿੰਦੇ ਆ, ਉਹ ਇੱਕ ਅਕਟਾਰਾ ਦੇ ਨਾਂ 'ਤੇ ਆਉਂਦੀ ਹੈ, ਮਿੱਡਾ ਦੇ ਨਾਂ 'ਤੇ ਆਉਂਦੀ ਹੈ। ਉਹ ਵੀ ਦਵਾਈਆਂ PAU ਵੱਲੋਂ ਰਿਕਮੈਂਡ ਹੈ, ਉਹ ਕਰ ਲੈਣੀਆਂ ਚਾਹੀਦੀਆਂ। ਪਰ ਅੱਗੇ ਜਿਹੜਾ ਜਿੰਨਾ ਚਿਰ ਕੀੜੇ ਗੁਲਾਬੀ ਸੁੰਡੀ ਨਹੀਂ ਆਈ ਸੀ ਜਾਂ ਕੋਈ ਕੀੜੇ ਨਹੀਂ ਆਏ ਸੀ, ਅੱਗੇ ਲੋਕ ਰਾਚੂਸ ਸਿੰਘ ਲੰਮੇ ਸਮੇਂ ਵਾਲੀਆਂ ਦਵਾਈਆਂ ਕਰ ਲੈਂਦੇ ਸੀ, 25 28 30 ਦਿਨ ਖੇਤ ਨਾ ਜਾਣਾ ਪਵੇ। ਅੱਜ ਦਾ ਟਾਈਮ ਉਹ ਨਹੀਂ ਰਹਿ ਗਿਆ। ਸਾਨੂੰ ਹਫ਼ਤੇ ਤੋਂ ਸਪਰੇਆਂ ਕਰਨੀਆਂ ਪੈਣੀਆਂ, ਕਿਉਂ ਗੁਲਾਬੀ ਸੁੰਡੀ ਜਿੱਦੇ ਫੁੱਲ ਡੋਡੀ ਆਉਣ ਲੱਗ ਗਈ, ਗੁਲਾਬੀ ਸੁੰਡੀ ਦਾ ਉਹਦੇ ਅਟੈਕ ਸ਼ੁਰੂ ਹੋ ਸਕਦਾ। ਨਾਲ ਐਤਕੀ ਤਾਂ ਨਵੀਂ ਸਮੱਸਿਆ ਆ ਗਈ, ਜਿਹੜੇ ਘਰਾਂ 'ਚ ਗਮਲੇ ਪਏ ਆ ਬਠਿੰਡੇ ਦੇ ਵਿੱਚ, ਮਿਲੀ ਬੱਗ ਦਾ ਵੀ ਅਟੈਕ ਆ ਗਿਆ। ਸਾਨੂੰ ਇਕੱਲੀ ਗੁਲਾਬੀ ਸੁੰਡੀ ਤੋਂ ਨਹੀਂ ਡਰਨਾ ਚਾਹੀਦਾ, ਸਾਨੂੰ ਮਿਲੀ ਬੱਗ ਤੋਂ ਵੀ ਚੌਕਸ ਰਹਿਣਾ ਚਾਹੀਦਾ ਹੈ। ਗੁਲਾਬੀ ਸੁੰਡੀ ਤਾਂ ਇਕੱਲਾ ਨਰਮੇ ਦਾ ਕੀੜਾ ਹੈ, ਇਕੱਲਾ ਨਰਮੇ 'ਤੇ ਆਊ, ਅਸੀਂ ਲੜ ਰਹਾਂਗੇ। ਜਿਹੜੀ ਮਿਲੀ ਬੱਗ ਹੈ ਇਹਨੇ ਪਹਿਲਾਂ ਸਾਡੇ ਦਰਖਤ ਵੀ ਸਿਕਾਏ ਹੈ ਅਤੇ ਲਾ ਕੇ ਮਤਲਬ ਸਾਰੇ ਨਦੀਨਾਂ 'ਤੇ ਆਉਂਦੀ ਹੈ, ਨਹਿਰਾਂ ਕੱਸੀਆਂ ਸੂਆਂ 'ਤੇ ਆਉਂਦੀ ਹੈ। ਪਰ ਇਹਦਾ ਇਲਾਜ ਉਦੋਂ ਹੀ ਹੋਣਾ ਜਦੋਂ ਹਫ਼ਤੇ ਤੋਂ ਦਵਾਈਆਂ ਹੋਈਆਂ, ਨਾ ਸਾਡਾ ਉਹਦੇ ਰਾਚੂਸੀ ਕੀੜੇ ਆਉਣ, ਨਾ ਸਾਡੀ ਗੁਲਾਬੀ ਸੁੰਡੀ ਆਵੇ, ਨਾ ਸਾਡੀ ਮਿਲੀ ਬੱਗ ਆਵੇ। ਅਤੇ ਜੇ ਕਿਸਾਨ ਆਖਣਗੇ ਵੀ ਅਸੀਂ 15-20 ਦਿਨਾਂ ਤੋਂ ਸਪਰੇਅ ਕਰਨੀ ਹੈ, ਫਿਰ ਨਾ ਗੁਲਾਬੀ ਸੁੰਡੀ ਦਾ ਕੰਟਰੋਲ ਹੋਣਾ ਹੈ, ਨਾ ਮਿਲੀ ਬੱਗ ਦਾ ਕੰਟਰੋਲ ਹੋਣਾ ਹੈ। ਤਕਰੀਬਨ ਸਾਨੂੰ ਸਾਰੀਆਂ ਦਵਾਈਆਂ PAU ਦੀਆਂ ਰਿਕਮੈਂਡੇਸ਼ਨ ਹੈ, ਉਹ ਸਾਰੀਆਂ 'ਚੋਂ ਕੋਈ ਵੀ ਸਪਰੇਅ ਚੁੱਕ ਕੇ ਕਰ ਲੈਣੀ ਚਾਹੀਦੀ ਹੈ। ਇੱਕ ਨਵੇਂ ਜਿਵੇਂ ਹੈ MM ਐਕਟਨ 5% ਸਾਡੀ ਦਾ ਉਹ ਜਾਦੂ ਨਾਂ 'ਤੇ ਬ੍ਰਾਂਡ ਆਉਂਦਾ ਅਤੇ ਆਮ ਕੰਪਨੀਆਂ ਦੀ ਪ੍ਰੋਕਲੇਮ ਦੇ ਨਾਂ 'ਤੇ ਮਸ਼ਹੂਰ ਹੈ, ਉਹ ਵੀ ਇਹਨਾਂ ਨੇ 100 ml ਰਿਕਮੈਂਡ ਕਰਤੀ, ਜਿਹਦੇ ਨਾਲ ਥ੍ਰਿਪਸ ਹੈ ਜਿਹੜੀ ਜੂੰ ਦਾ ਵੀ ਇਲਾਜ ਹੋ ਜਾਂਦਾ ਹੈ ਅਤੇ ਗੁਲਾਬੀ ਸੁੰਡੀ ਦਾ ਵੀ ਇਲਾਜ ਹੋ ਜਾਂਦਾ। ਵਧੇਰੇ ਝਾੜ ਲਈ ਅਤੇ ਟਿੰਡਿਆਂ ਨੂੰ ਜਿਹੜਾ ਹੈਗਾ ਉਹ ਵੱਡੇ ਕਰਨ ਲਈ ਕੁਛ ਮਤਲਬ ਉਸ ਤਰ੍ਹਾਂ ਦੀ ਜਿਹੜੀ ਕੋਈ ਦਵਾਈ ਜਾਂ ਕੋਈ ਖਾਦ? ਕਿਸਾਨ ਵੀਰੋ, ਅਸੀਂ ਨਰਮੇ ਦਾ ਕੱਦ ਕਾਠ ਵੀ ਕਰਾ ਲੈਂਦੇ ਹਾਂ, ਕੀੜੇ ਵੀ ਮਾਰ ਲੈਂਦੇ ਹਾਂ। ਇਕੱਲੇ ਕੀੜੇ ਮਾਰਨ ਨਾਲ ਸਾਡਾ ਪ੍ਰੋਪਰ ਹੈ ਜਿਹੜੇ ਕਿਸੇ ਵੀ ਫਸਲ ਦੀ ਈਲਡ ਨਹੀਂ ਮਿਲਦੀ। ਸਾਨੂੰ ਵਿਗਿਆਨੀਆਂ ਦੇ ਕਹਿਣ 'ਤੇ ਆਖੇ ਲੱਗਣਾ ਚਾਹੀਦਾ ਹੈ। ਜਦੋਂ ਪੌਦਾ ਫਰੂਟ 'ਤੇ ਆ ਜਾਂਦਾ ਹੈ, ਉਹ ਜ਼ਮੀਨ ਵਿੱਚੋਂ ਕੋਈ ਖੁਰਾਕ ਨਹੀਂ ਚੱਕਦਾ ਸਿਵਾਏ ਪਾਣੀ ਦੇ। ਅਸੀਂ ਜ਼ਮੀਨ ਦੇ ਵਿੱਚ ਪੋਟਾਸ ਪਾਈ ਹੈ, ਫਾਸਫੋਰਸ ਪਾਈ ਹੈ, ਕੁਛ ਪਾਇਆ, ਉਹਦਾ ਉੱਧਰ ਧਿਆਨ ਨਹੀਂ ਹੁੰਦਾ। ਜਦੋਂ ਪੌਦਾ ਫਰੂਟ ਬਣਾਉਂਦਾ ਉਹਦਾ ਆਪਦਾ ਧਿਆਨ ਹੁੰਦਾ ਹੈ। ਉਸ ਟਾਈਮ ਮਹਾਰਾ ਨੇ 13-045 ਦੀਆਂ 4 ਸਪਰੇਆਂ ਰਿਕਮੈਂਡ ਕੀਤੀਆਂ, 2-2 ਕਿਲੋ ਇੱਕ ਵਾਰੀ ਦੀ, ਅਤੇ ਮੈਗਨੀਸ਼ੀਅਮ ਸਲਫੇਟ 15 ਦਿਨਾਂ ਤੋਂ 1 ਕਿਲੋ ਕਿੱਲੇ ਦੀ, ਜਿਹਦੇ ਨਾਲ ਪੱਤੇ ਲਾਲ ਹੋ ਜਾਂਦੇ ਆ, ਜਿਹਦੇ ਨਾਲ ਸਾਡਾ ਪੱਤੇ ਲਾਲ ਹੋ ਜਾਣ ਤਾਂ ਉੱਪਰਲਾ ਫਾਲਾ ਨਰਮਾ ਛੱਡ ਜਾਂਦਾ, ਉਹਦੀਆਂ ਸਪਰੇਆਂ ਕੀਤੀਆਂ। ਲੋੜ ਪੈਣ 'ਤੇ ਸਾਨੂੰ ਜੇ ਸਾਡੇ ਖੇਤ 'ਚ ਜ਼ਿੰਕ ਦੀ ਕਮੀ ਹੈ, ਹੋਰ ਕਮੀ ਹੈ, ਉਹ ਵੀ ਸਪਰੇਅ ਕਰਨੀ ਚਾਹੀਦੀ ਹੈ। ਜਿਹੜੇ ਕੁਛ ਪੌਦੇ ਨਰਮੇ ਦੀ ਫਸਲ ਐਸੀ ਹੈ, ਸਾਡੀ ਐਡਾ ਜਿਹੜੀ ਨਰਮੇ ਦੀ ਹਾਈਟ ਹੈ, ਇਜ਼ਰਾਈਲ 'ਚ ਜਾਓ ਨਰਮੇ ਦਾ ਝਾੜ ਵੀ 17-18 ਕੁਇੰਟਲ ਹੈ ਅਤੇ ਪੌਦੇ ਦਾ ਝਾੜ ਵੀ 3-3.5 ਫੁੱਟ ਹੈ। ਨੰਬਰ ਆਫ ਗਿਣਤੀ ਮੇਰਾ ਖਿਆਲ 25-30-40 ਹਜ਼ਾਰ ਰੁਪਈਆ ਵੀ ਕਿੱਲੇ 'ਚ ਬੂਟਾ ਹੋਣਾ ਹੈ। ਅਸੀਂ ਨੰਬਰ ਆਫ ਪਲਾਂਟ ਘਟਾ ਲਏ, ਹਾਈਟ ਵਧਾ ਲਈ, ਹਾਈਟ 7-7 ਫੁੱਟ ਕਰ ਲਈ, 8-8। ਜਦੋਂ ਅਸੀਂ ਡੰਡੀਆਂ ਬਣਾਉਂਦੇ ਹਾਂ, ਇੱਕ ਬੂਟਾ ਜਿਹੜਾ 3-3 ਬੂਟਿਆਂ ਨੂੰ ਦੱਬ ਲੈਂਦਾ, ਉਹਦੇ ਕਰਕੇ ਜਦੋਂ ਇਹ ਹੇਠਲੇ ਟਿੰਡੇ ਗਲ ਜਾਂਦੇ ਹੈ ਅਤੇ ਉਹ ਨਾ ਤਾਂ ਟਾਈਮ ਨਾਲ ਖਿੜਦੇ ਹੈ, ਖਰਾਬ ਹੋ ਜਾਂਦੇ ਹੈ। ਇਹਦੇ ਵਾਸਤੇ ਸਾਨੂੰ ਪੌਦੇ ਦੇ ਅਣਚਾਹੇ ਵਾਧੇ ਨੂੰ ਰੋਕਣ ਵਾਸਤੇ ਇੱਕ ਸਾਡਾ ਬਹੁਤ ਹੀ ਕਾਰਗਰ ਪ੍ਰੋਡਕਟ ਹੈ ਜਾਦੂਗਰ। ਇਹਨੂੰ ਜੀ 40 ml ਦੀ ਡੋਜ਼ ਨਾਲ, ਇੱਕ ਜਦੋਂ ਨਰਮਾ 60 ਦਿਨਾਂ ਦਾ ਹੁੰਦਾ, ਉਦੋਂ ਬਾਅਦ ਇਹਨੂੰ 20 ਦਿਨਾਂ ਤੋਂ ਅਤੇ 20 ਦਿਨਾਂ ਤੋਂ 20 ਦਿਨਾਂ ਦੇ ਗੈਪ ਨਾਲ 2 ਸਪਰੇਆਂ ਵੀ ਭਾਰੇ ਬਹਿਣਾ 3 ਸਪਰੇਆਂ ਵੀ ਕਰ ਸਕਦੇ ਹਾਂ, ਜਿਹਦੇ ਨਾਲ ਤੁਹਾਡੇ ਟਿੰਡਿਆਂ ਦੀ ਗਿਣਤੀ ਤਕਰੀਬਨ ਮਹਿਣਾ ਇਹ ਹੋ ਸਕਦਾ ਹੈ ਵੀ ਜਿੰਨਾ ਤੁਹਾਡਾ ਨਰਮੇ 'ਤੇ ਟੋਟਲ ਖਰਚਾ ਹੋਇਆ ਬਿਜਾਈ ਤੋਂ ਲਾ ਕੇ ਚਗਾਈ ਨੂੰ ਛੱਡ ਕੇ, ਰੇਹ ਦਾ, ਸਪਰੇਅ ਦਾ, ਬੀਜ ਦਾ, ਨੰਬਰ ਆਫ ਟਿੰਡਿਆਂ ਦੀ ਗਿਣਤੀ ਨਾਲ ਓਨਾ ਝਾੜ ਵੱਧ ਜਾਂਦਾ, ਜਿਹਦੀਆਂ 2 ਸਪਰੇਆਂ ਵੀ ਹੋ ਸਕਦੀਆਂ, ਭਾਰੇ ਬਾਣਾ 'ਚ 3 ਵੀ ਹੋ ਸਕਦੀਆਂ। ਇਹ ਪੌਦੇ ਦੇ ਅਣਚਾਹੇ ਵਾਧੇ ਨੂੰ ਰੋਕਦੀ ਹੈ ਅਤੇ ਪੌਦੇ ਦੇ ਹਾਰਮੋਨ ਚੇਂਜ ਕਰਦੀ ਹੈ। ਪੌਦੇ ਦਾ ਜਿਹੜਾ ਮਾਈਂਡ ਹੈ ਉਹਨੂੰ ਫਰੂਟ ਵਾਲੇ ਪਾਸੇ ਲੈ ਕੇ ਜਾਂਦੀ ਹੈ। ਇੱਕ ਤਾਂ ਉਹਦਾ ਫਰੂਟ ਹੈ ਜਿਹੜਾ ਲੱਗਦਾ ਜ਼ਿਆਦਾ ਹੈ,
ਫਿਰ ਉਹਦੀ ਫੂਡ ਦੀ ਕੁਆਲਿਟੀ ਜ਼ਿਆਦਾ ਬਣਦੀ ਹੈ ਅਤੇ ਬੇਹੱਦ ਕਾਰਗਰ ਪ੍ਰੋਡਕਟ ਹੈ। ਇਹ ਇਕੱਲੇ ਕਾਟਨ 'ਤੇ ਨਹੀਂ, ਆਲ ਓਵਰ ਫਸਲ 'ਤੇ ਲਾ ਕੇ, ਮਟਰਾਂ ਤੋਂ ਲਾ ਕੇ ਮੈਂਗੋ ਤੱਕ ਹੁੰਦਾ ਹੈ, ਚਾਹੇ ਤੁਹਾਡਾ ਦਰਖਤ ਹੈ, ਚਾਹੇ ਤੁਹਾਡੀ ਗੋਭੀ ਹੈ, ਚਾਹੇ ਤੁਹਾਡੇ ਆਲੂ ਹੈ, ਮਟਰ ਹੈ, ਸਾਰੀਆਂ ਚੀਜ਼ਾਂ 'ਤੇ ਹਰ ਚੀਜ਼ ਨਾਲ ਇਹਦਾ ਝਾੜ 'ਚ ਬੇਹੱਦ ਵਾਧਾ ਹੋਇਆ। ਨਰਮੇ ਦਾ ਜਿਹੜਾ ਅਖੀਰ 'ਤੇ ਆਉਂਦਾ ਹੈ ਕਿ ਤੂਫਾਨ ਦਾ ਜਾਂ ਹਨੇਰੀ ਦਾ ਆਉਣ ਦਾ ਮਸਲਾ ਬਣਦਾ ਹੈ, ਉਸ ਟਾਈਮ 'ਤੇ ਇਹ ਕੋਈ ਡਿੱਗਣ ਤੋਂ ਵੀ ਬਚਾਉਂਦਾ ਹੈ? ਜਦੋਂ ਪੌਦੇ ਦੇ ਨੰਬਰ ਆਫ ਪਲਾਟ ਜ਼ਿਆਦਾ ਹੋਣਗੇ, ਪੌਦੇ ਨੂੰ ਇੱਕ ਦੂਜੇ ਪੌਦੇ ਦੀ ਸਪੋਰਟ ਹੋਊਗੀ ਅਤੇ ਪੌਦੇ ਦੀ ਹਾਈਟ ਜੈਨੂਅਲ ਹੋਊਗੀ, ਜਿਵੇਂ 4 4.5 ਫੁੱਟ ਪੌਦੇ ਨੂੰ, ਜਿਹੜਾ ਨਰਮੇ ਨੂੰ ਜਿਹੜਾ ਐਕਚੁਅਲ ਫਲ ਲੱਗਦਾ ਹੈ ਉਹ 2 2.5 ਫੁੱਟ 'ਚ ਹੀ ਲੱਗਦਾ ਹੈ। ਜੇ 6 ਫੁੱਟ ਤੁਹਾਡਾ ਕੱਦ ਹੋ ਗਿਆ, ਹੇਠਲਾ 3 ਫੁੱਟ ਤੁਹਾਡਾ ਨਰਮਾ ਬੇਕਾਰ ਹੈ। ਜੇ ਨਰਮੇ ਦਾ ਤੁਹਾਡਾ 4 ਫੁੱਟ ਆ ਤਾਂ 2 ਫੁੱਟ 2 ਥੱਲੇ ਉਹਨੇ ਆਪਦਾ ਆਕਾਰ ਬਣਾਇਆ, 2 ਫੁੱਟ 'ਤੇ ਟਿੰਡੇ ਲੱਗਣੇ ਆ। ਉਹਨਾਂ ਨਰਮਾ ਡਿੱਗੂਗਾ ਵੀ ਘੱਟ, ਜਿੰਨਾ ਨਰਮੇ ਦਾ ਹਾਈਟ ਘੱਟ ਹੋਊਗੀ ਅਤੇ ਨਰਮੇ ਨੂੰ ਨੰਬਰ ਆਫ ਪਲਾਂਟ ਜ਼ਿਆਦਾ ਹੋਣਗੇ ਅਤੇ ਪੌਦੇ ਨੂੰ ਪੌਦੇ ਦੀ ਸਪੋਰਟ ਹੋਊਗੀ। ਜਦੋਂ ਪੌਦਾ ਦਾ ਕੱਦ ਜ਼ਿਆਦਾ ਹੋਊਗਾ, ਪੌਦੇ ਦੀ ਸਪੋਰਟ ਨਾ ਹੋਊਗੀ, ਉਹ ਜੇ ਪਾਣੀ ਸਾਡੇ ਲੱਗਿਆ ਹੁੰਦਾ, ਕਿਤੇ ਥਪਾਣ ਆਉਂਦਾ ਜਿਹਨੂੰ ਅਸੀਂ ਟਾਂਡੇ ਭੰਨ ਕਹਿੰਦੇ ਆ, ਉਹ ਹੇਠਲਾ ਹਿੱਸਾ ਉਹਦਾ ਸਾਰਾ ਗਲ ਜਾਂਦਾ ਹੈ ਅਤੇ ਨਰਮੇ ਦਾ ਜਿਹੜਾ ਝਾੜ ਆ ਕਾਫੀ ਜ਼ਿਆਦਾ ਘੱਟ ਜਾਂਦਾ ਹੈ। ਇਸ ਤੋਂ ਬਾਅਦ ਚੁਗਾਈ ਦੇ ਲਈ ਜਿਹੜੀ ਹੈਗੀ ਹੈ, ਉਹ ਸਾਫ਼ ਸੁਥਰੀ ਚੁਗਾਈ ਦੇ ਲਈ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ? ਕਿਸਾਨ ਵੀਰੋ, ਜੇ ਆਪਦੀ ਫਸਲ ਦਾ ਮਾਰਕੀਟ 'ਚ ਪੂਰਾ ਰੇਟ ਲੈਣਾ ਹੈ, ਪਹਿਲੀ ਗੱਲ ਤਾਂ ਅਸੀਂ ਇਮਾਨਦਾਰ ਹੈ, ਸਾਨੂੰ ਹੋਰ ਇਮਾਨਦਾਰ ਹੋਣਾ ਚਾਹੀਦਾ ਹੈ। ਇੱਕ ਦਿਲ 'ਚੋਂ ਵਹਿਮ ਕੱਢ ਦੇਣਾ ਚਾਹੀਦਾ ਹੈ, ਵਪਾਰੀ ਨੂੰ ਕੁਆਲਿਟੀ ਦਾ ਫਰਕ ਨਹੀਂ। ਉਹ ਨੰਗੀ ਅੱਖ ਨਾਲ ਪਹਿਲਾਂ ਦੱਸ ਦਿੰਦੇ ਆ, ਆਹ ਨਰਮਾ ਕਿ ਨਰਮੇ ਦੇ ਰੇਟ ਦਾ ਮੇਰਾ ਖਿਆਲ ਵੀ 1000 2000 ਰੁਪਏ ਤੱਕ ਕੁਆਲਿਟੀ ਦਾ ਫਰਕ ਪੈਂਦਾ ਹੈ। ਸਾਨੂੰ ਨਰਮੇ ਨੂੰ ਇੱਕ ਤਾਂ ਸੁਕਾ ਕੇ ਚੁਗਣਾ ਚਾਹੀਦਾ ਵੀ, ਸਾਡੇ ਇੱਕ ਵਹਿਮ 'ਚ ਹੁੰਦਾ ਹੈ ਵੀ ਨਰਮਾ ਖੇਤ 'ਚ ਖੜਾ ਸੁੱਕ ਗਿਆ। ਨਰਮਾ ਖੇਤ 'ਚ ਖੜਾ ਨਹੀਂ ਸੁੱਕਦਾ ਹੁੰਦਾ। ਨਰਮਾ ਤਾਂ ਮੇਰਾ ਖਿਆਲ ਜਿੰਨਾ ਤੁਸੀਂ ਉਹਨੂੰ ਪੂਰੀ ਭਰਮੀ ਚੋਣੀ ਚੁਗੋਗੇ, ਉਨੀ ਉਹਦੀ ਕੁਆਲਿਟੀ ਓਕੇ ਹੋਊਗੀ। ਸਾਨੂੰ ਜਿਹੜਾ ਚੋਣੀਆਂ ਚੁਗਦੀਆਂ ਉਦੋਂ ਬਾਅਦ ਉਹਨੂੰ ਗਿੱਲੇ ਥਾਵੇਂ ਨਹੀਂ ਲਾਉਣਾ ਚਾਹੀਦਾ, ਕੋਸ਼ਿਸ਼ ਕਰਨਾ ਚਾਹੀਦਾ ਉਹਨੂੰ ਸੁੱਕੀ ਥਾਂ ਲਾਉਣਾ ਚਾਹੀਦਾ ਅਤੇ ਨਰਮੇ ਨੂੰ ਹਵਾ ਲਵਾ ਕੇ ਅੰਦਰ ਰੱਖਣਾ ਚਾਹੀਦਾ। ਅਤੇ ਜਿਹੜੇ ਜਿਵੇਂ ਵੱਡੀਆਂ ਕੰਪਨੀਆਂ ਜਿਹੜੀਆਂ ਲੈਂਦੀਆਂ, ਉਹ ਤਾਂ ਕੋਸ਼ਿਸ਼ ਕਰਦੀਆਂ ਵੀ ਤੁਹਾਡੇ ਪੱਲੀਆਂ 'ਚ ਜਿਹੜੀਆਂ ਘਰ ਵਾਲੀਆਂ ਪੱਲੀਆਂ, ਇਹਦੇ 'ਚ ਵੀ ਨਰਮਾ ਨਾ ਹੋਵੇ, ਦਸੂਤੀ 'ਚ ਨਰਮਾ ਤੁਹਾਡੀਆਂ ਪੰਡਾਂ ਬੰਨੀਆਂ ਹੋਣ। ਜਿਹੜੀਆਂ ਚੋਣੀਆਂ ਸਾਡੀਆਂ, ਉਹਨਾਂ ਦਾ ਸਿਰ ਵੀ ਢਕਿਆ ਹੋਵੇ, ਜੇ ਉਹਦੇ ਵਿੱਚ ਇੱਕ ਵਾਲ ਡਿੱਗ ਪੈਂਦਾ, ਉਨੀ ਉਹਦੀ ਕੁਆਲਿਟੀ ਪੂਰ ਹੋ ਜਾਂਦੀ ਹੈ। ਸਾਨੂੰ ਕੁਆਂਟਿਟੀ ਦੇ ਨਾਲ ਨਾਲ ਕੁਆਲਿਟੀ ਵੱਲ ਵੀ ਧਿਆਨ ਦੇਣਾ ਚਾਹੀਦਾ, ਤਾਂ ਕਿ ਅੱਜ ਕੱਲ੍ਹ ਇੰਟਰਨੈਸ਼ਨਲ ਮਾਰਕੀਟ ਹੋ ਗਈ, ਸਾਡਾ ਜਦੋਂ ਉੱਥੇ ਮਾਲ ਜਾਂਦਾ ਹੈ ਉਹਦੇ ਸਾਨੂੰ ਕੋਈ ਰੇਟ ਦੇਣ ਦੀ ਦਿੱਕਤ ਨਾ ਆਵੇ। ਜਦੋਂ ਅਸੀਂ ਨਰਮੇ ਨੂੰ ਸਿੱਲੇ ਥਾਂ ਰੱਖ ਲੈਂਦੇ ਹਾਂ, ਉਹਦੇ ਛਿੱਕਰੀਆਂ ਆ ਜਾਂਦੀਆਂ, ਪੱਤੇ ਆ ਜਾਂਦੇ ਆ, ਉਹਨਾਂ ਸਾਡਾ ਉਹਦਾ ਰੇਟ ਘੱਟ ਮਿਲਦਾ। ਅਸੀਂ ਤਾਂ ਆਪਦੇ ਆਪ ਨੂੰ ਹੁਸ਼ਿਆਰ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਲੋਸ ਸਾਡਾ ਬਾਹਲਾ ਹੋ ਜਾਂਦਾ ਹੈ, ਹੁਸ਼ਿਆਰੀ ਸਾਡੀ ਘੱਟ ਕੰਮ ਆਉਂਦੀ ਹੈ। ਜਦੋਂ ਬਰਾੜ ਸਾਹਿਬ ਫਸਲ ਪੱਕ ਜਾਂਦੀ ਹੈ, ਅਗਲੀ ਫਸਲ ਬੀਜਣ ਦੀ ਤਿਆਰੀ ਦੇ ਵਿੱਚ ਕਿਸਾਨ ਦੀ ਜਿਹੜੀ ਹੈਗੀ ਹੈ ਸਾਰਾ ਸੋਚ ਲੱਗਦੀ ਹੈ, ਤਾਂ ਉਸ ਟਾਈਮ 'ਤੇ ਜਿਹੜੇ ਟਿੰਡੇ ਬਚ ਜਾਂਦੇ ਆ, ਉਹਨਾਂ ਨੂੰ ਤੋੜਨ ਦੀ ਥਾਂ 'ਤੇ ਕੋਈ ਸਪਰੇਅ ਹੈ ਕਿ ਜਿਹੜੀ ਜਿਹਦੇ ਨਾਲ ਉਹ ਜਿਹੜਾ ਹੈਗਾ ਉੱਥੇ ਖਿੜ ਜਾਣ ਅਤੇ ਉੱਥੇ ਖਿੜੇ ਝੁਗਿਆ ਜਾਵੇ? ਕਿਸਾਨ ਵੀਰੋ, ਇੱਕ ਇਥਾਲੋਨ ਨਾਂ ਦੀ ਦਵਾਈ ਹੈ 39.5। ਜਦੋਂ ਸਾਡਾ ਲਾਸਟ ਮਤਲਬ ਅਕਤੂਬਰ ਹੁੰਦਾ ਹੈ, ਸਾਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ, ਇੱਕ ਚੋਣੀ ਚੁੱਕ ਕੇ ਉਹਦੀ ਸਪਰੇਅ ਕਰ ਦੇਣੀ ਚਾਹੀਦੀ ਹੈ। ਜਿਹੜੇ ਪੱਤੇ ਹੈ ਉਹ ਕਿਰਕੇ ਹੈ, ਜਿਹੜੇ ਉਹ ਪੱਤੇ ਸੁੱਕ ਕੇ ਨਹੀਂ ਡਿੱਗਦੇ, ਕਿਰਕੇ ਡਿੱਗਦੇ ਹੈ। ਜਿਹੜੀ ਪੱਤਿਆਂ ਦੀ એનર્ਜੀ ਆ ਸਾਰੀ ਦੀ ਸਾਰੀ ਉਹ ਟਿੰਡਿਆਂ ਨੂੰ ਮਿਲ ਜਾਂਦੀ ਹੈ। ਟਿੰਡੇ ਸਾਡੇ 10 ਦਿਨ ਪਹਿਲਾਂ ਖਿੜ ਜਾਂਦੇ ਹੈ ਅਤੇ ਪੂਰੇ ਖਿੜ ਜਾਂਦੇ ਹੈ। ਇੱਕ ਤਾਂ ਸਾਨੂੰ ਉਹਦੀ ਤੜਾਈ ਨਹੀਂ ਪੈਂਦੀ, ਉਹਦੀ ਲੇਬਰ ਬਚ ਜਾਂਦੀ ਹੈ। ਇੱਕ ਉਹਦੀ ਸਾਨੂੰ ਜਿਹੜੀ ਕੁਆਲਿਟੀ ਆ ਉਹ ਬੈਟਰ ਮਿਲ ਜਾਂਦੀ ਹੈ। ਸਾਨੂੰ ਉਹ ਇੱਕ ਚੋਣੀ ਚੁੱਕ ਕੇ ਉਹਦੀ ਸਪਰੇਅ ਕਰ ਦੇਣੀ ਚਾਹੀਦੀ ਹੈ, ਜਿਹੜੇ ਨਾ ਸਾਨੂੰ ਖੇਤ ਦੀ ਤੜਾਈ ਪਵੇ। ਖੇਤ ਸਾਡਾ 10 ਦਿਨ ਪਹਿਲਾਂ ਵਿਹਲਾ ਹੋ ਜੇ, ਜਿਹਦੇ ਨਾਲ 8-10 ਦਿਨ ਨਾਲ ਪਹਿਲਾਂ ਖੇਤ ਵਿਹਲਾ ਹੋ ਗਿਆ, ਸਾਡੇ ਜਿਹੜਾ ਕਣਕ ਦਾ ਝਾੜ ਆ ਵੀ ਉਹ 1 ਤੋਂ 2 ਕੁਆਂਟਲ ਤੱਕ ਸਾਡਾ ਵੱਧ ਸਕਦਾ। ਬਰਾੜ ਸਾਹਿਬ, ਜਿਹੜੀ ਨਰਮੇ ਨੂੰ ਜਦੋਂ ਅਸੀਂ ਚੁਗ ਲਿਆ ਤਾਂ ਉਸ ਟਾਈਮ 'ਤੇ ਚੰਗੇ ਭਾਅ ਦੇ ਲਈ ਅਤੇ ਜਾਂ ਉਹ ਤੋਂ ਪ੍ਰੋਸੈਸਿੰਗ ਹੋਣ ਤੋਂ ਬਾਅਦ ਸਰਕਾਰ ਨੂੰ ਕੀ ਕਰਨਾ ਚਾਹੀਦਾ ਪ੍ਰੋਸੈਸਿੰਗ ਯੂਨਿਟ ਦੇ ਲਈ, ਅਤੇ ਜਾਂ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਚੀਜ਼ ਸੋਚਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਮੁਨਾਫਾ ਹੋਵੇ? ਕਾਟਨ ਇੱਕ ਐਸੀ ਫਸਲ ਹੈ ਜਿਹੜਾ ਕਿ ਬੱਚੇ ਦੇ ਜਨਮ ਤੋਂ ਲਾ ਕੇ ਅਤੇ ਮਰਨ ਤੱਕ ਸਾਡੇ ਕੰਮ ਆਉਂਦੀ ਹੈ। ਜਦੋਂ ਜਨਮਦੇ ਉਦੋਂ ਵੀ, ਮਰਨ ਵੇਲੇ ਵੀ ਨਾ, ਜੇ ਬਜ਼ੁਰਗ ਹੁੰਦੇ ਆ, ਜੇ ਫੰਬੇ ਉਹਦੀਆਂ ਨਾਸਾਂ 'ਚ ਇਹ ਪਾਉਣੇ ਪੈਂਦੇ ਆ, ਅਤੇ ਜੇ ਅਸੀਂ ਟੀਕਾ ਵੀ ਲਾਉਣਾ ਹੈ ਤਾਂ ਪਹਿਲਾਂ ਰੂੰ ਦਾ ਫੰਬਾ ਲੈਣਾ ਪੈਂਦਾ। ਕਿਤੇ ਵੀ ਕਿਸੇ ਵੀ ਜ਼ਖਮ 'ਤੇ ਕੋਈ ਪੱਟੀ ਹੋਵੇ, ਸਾਨੂੰ ਕਾਟਨ ਦੀ ਲਾਉਣੀ ਪੈਂਦੀ ਹੈ।
ਆ ਮੇਰੇ ਕੋਲੇ ਕਾਟਨ ਹੈ, ਇੱਕ 50 ਗ੍ਰਾਮ ਹੈ, 50 ਗ੍ਰਾਮ ਕਾਟਨ 295 ਰੁਪਈਆਂ ਦਾ ਆਇਆ ਹੈ। ਤੇ ਸਾਡੇ 1 ਕਿੱਲੇ ਦੇ ਵਿੱਚੋਂ ਕਮ ਸੇ ਕਮ 3 ਕੁਆਂਟਲ ਪੈਦਾ ਹੁੰਦਾ ਹੈ। ਜੇ ਸਾਡੀ ਸਰਕਾਰ ਚਾਹਵੇ, ਸਾਡੀ ਧਰਤੀ ਸੋਨੇ ਦੀ ਹੈ, ਵਾਕਈ ਵਾਈਟ ਗੋਲਡ ਦੀ ਹੈ, ਮਾਲਵੇ ਦਾ ਏਰੀਆ ਇੱਥੇ ਸੋਨਾ ਹੀ ਪੈਦਾ ਹੁੰਦਾ ਹੈ। ਸਾਡੀ ਸਰਕਾਰ ਇਸ ਨੂੰ ਪਹਿਲਾਂ ਤਾਂ ਪੈਦਾ ਕਰਦੇ ਕਿਸਾਨ ਜ਼ੋਰ ਲਾਉਣ, ਉਦੋਂ ਬਾਅਦ ਸਰਕਾਰ ਸਾਡੀ ਇੱਥੇ ਲੋਕਲ ਇੰਡਸਟਰੀ ਲਾਵੇ, ਇਹ ਪੈਦਾ ਵੀ ਇੱਥੇ ਹੁੰਦਾ ਹੋਵੇ ਤੇ ਇਹਦੀ ਜਿਹੜੀ ਹੈ ਪ੍ਰੋਸੈਸਿੰਗ ਆ ਉਹ ਵੀ ਇੱਥੇ ਹੁੰਦੀ ਹੋਵੇ। ਜਦੋਂ ਪ੍ਰੋਸੈਸਿੰਗ ਵੀ ਇੱਥੇ ਹੁੰਦੀ, ਸਾਡੇ ਕੋਲੇ ਲੇਬਰ ਦਾ ਕੋਈ ਤੋੜਾ ਨਹੀਂ, ਇੰਨੇ ਨੌਜਵਾਨ ਇੰਟੈਲੀਜੈਂਟ ਹੈ। ਜੇ ਗੌਰਮੈਂਟ ਸਾਨੂੰ ਇਹਦੇ ਪ੍ਰੋਜੈਕਟ ਦੇਣੀ ਚਾਹਣ, ਅਸੀਂ ਕੰਨਾਂ ਦੇ ਮਾਰਨ ਵਾਲੇ ਡੱਕਿਆਂ ਤੋਂ ਲਾ ਕੇ ਤੇ ਇਹਦੇ ਸਾਰਾ ਕੱਪੜੇ ਤੱਕ ਬਣਾ ਸਕਦੇ ਇੱਥੇ। ਮੇਰਾ ਖਿਆਲ ਇੱਕ ਰੁਮਾਲ ਵੀ ਹੈ ਜਿਹੜਾ ਕਿ ਚੰਗੀ ਕੁਆਲਿਟੀ ਦਾ 500 ਦਾ, ਚੰਡੀਗੜ੍ਹ ਤੁਸੀਂ ਕਿਤੇ ਜਾਓ 17 'ਚ ਤਾਂ ਸਾਨੂੰ 2 ਗਿੱਠਾਂ ਦਾ ਰੁਮਾਲ ਜੇ ਭਾਅ ਪੁੱਛੋ ਨਾ ਤੇ ਐਂ ਲੱਗਦਾ ਵੀ ਕਰੰਟ ਲੱਗ ਗਿਆ, ਇਹ 500 ਦਾ, ਇਹ 700 ਦਾ। ਤੇ ਸਾਨੂੰ ਪੀੜ੍ਹੀ ਨੂੰ ਰੁਜ਼ਗਾਰ ਵੀ ਬੜਾ ਮਿਲ ਸਕਦਾ ਹੈ। ਤੇ ਸਾਡੇ ਜਿਹੜਾ ਇੱਥੇ ਪੰਜਾਬ 'ਚ ਸਾਡੇ ਸਾਰੇ ਬਾਹਰਲੀਆਂ ਸਟੇਟਾਂ 'ਚੋਂ ਜਾਂ ਬਾਹਰਲੀਆਂ ਕੰਟਰੀਆਂ 'ਚ ਰੂਮ ਹੋਣ, ਜਿੰਨੇ ਕਿ ਸਾਡੇ ਇੱਥੇ ਹਸਪਤਾਲ ਹੈ, ਇੰਡਸਟਰੀ ਹੈ, ਸਾਰਾ ਕੁਝ ਪੰਜਾਬ 'ਚ ਮੇਰਾ ਖਿਆਲ ਉਨਾ ਹੀ ਨਰਮਾ ਪੈਦਾ ਹੁੰਦਾ। ਇੱਥੇ ਖਪਤ ਵੀ ਹੋ ਸਕਦੀ ਹੈ, ਪੈਦਾ ਵੀ ਹੋ ਸਕਦਾ ਹੈ ਤੇ ਰੁਜ਼ਗਾਰ ਕਰਨ ਵਾਲੀ ਲੇਬਰ ਨੂੰ ਰੁਜ਼ਗਾਰ ਵੀ ਬਹੁਤ ਵੱਡਾ ਜ਼ਿਆਦਾ ਮਿਲ ਸਕਦਾ ਹੈ। ਸਰਕਾਰ ਨੂੰ ਪੂਰਾ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਜੋ ਅੱਜ ਦੇ ਟਾਈਮ 'ਚ ਮੇਰਾ ਖਿਆਲ ਖੇਤੀਬਾੜੀ ਮਹਿਕਮੇ ਨੂੰ ਸ਼ਾਇਦ ਸਾਨੂੰ ਡਾਇਰੈਕਟਰ ਇੰਨਾ ਵਧੀਆ ਮਿਲਿਆ ਸਰਦਾਰ ਗੁਰਵਿੰਦਰ ਸਿੰਘ, ਜੇ ਕਿਤੇ 5 ਸਾਲ ਟਿਕਿਆ ਰਿਹਾ, ਸਾਨੂੰ ਉਮੀਦ ਆ ਵੀ ਕਿਸਾਨਾਂ ਦੀ ਆਮਦਨ ਸੱਚੀ ਮੁੱਚੀ ਦੁੱਗਣੀ ਹੋ ਜੂ। ਕਿਉਂ ਇਹ ਤਣੋਂ ਮਨੋਂ ਆਪਦੇ ਕੰਮ 'ਚ ਲੱਗਿਆ ਹੋਇਆ, ਕੁਆਲਿਟੀ ਪ੍ਰੋਡਕਟ ਵਿਕਾਉਣ 'ਚ, ਫੀਲਡ ਸਰਵਿਸ ਦੇਣ 'ਚ। ਜਿਹੜੇ ਚੋਰ ਬੰਦੇ ਹੈ, ਚਾਹੇ ਉਹ ਕੰਪਨੀਆਂ ਵਾਲੇ ਚੋਰ ਹੈ, ਚਾਹੇ ਉਹ ਮਾਰਕੀਟਿੰਗ ਚੋਰ ਹੈ, ਚਾਹੇ ਉਹ ਡਿਪਾਰਟਮੈਂਟ ਚੋਰ ਹੈ, ਮੇਰਾ ਖਿਆਲ ਆ ਵੀ ਇਹਨਾਂ ਨੇ ਆਪਦਾ ਹੱਥ ਪਾਉਣਾ ਸ਼ੁਰੂ ਕਰਤਾ। ਆ 2 ਸਾਲ ਦੇ ਵਿੱਚ ਹੀ दूध का दूध पानी का पानी हो जाऊगा। परमात्मा की किरपा ਨਾਲ ਆਪਦੀ ਸੀਟ ਤੇ ਟਿਕਿਆ ਰਵੇ। ਉਹ ਦਿਨ ਦੂਰ ਨਹੀਂ ਜਿੱਦੇ ਕਿਸਾਨਾਂ ਨੂੰ ਮੇਰਾ ਖਿਆਲ ਵੀ ਆਪਦਾ ਉਹਨਾਂ ਦਾ ਭਵਿੱਖ ਬਦਲ ਜੂਗਾ। ਅੱਜ ਤੱਕ ਜਿਹੜਾ ਹੋਇਆ ਉਹ ਰੱਬ ਨੂੰ ਪਤਾ। ਇਹਦੀ ਪ੍ਰਤੀ ਕਿਲੋ ਦਾ ਰੇਟ ਕੀ ਬਣ ਗਿਆ ਜੀ ਤੇ ਪੂਰੇ ਇੱਕ ਕਿੱਲੇ ਦੇ ਵਿੱਚੋਂ ਕਿੰਨੇ ਲੱਖ ਰੁਪਏ ਦੀ ਹੋਗੀ? ਮੇਰਾ ਖਿਆਲ ਹੈ ਜਿਹੜਾ ਆਹ ਕਾਟਨ ਮੇਰੇ ਹੱਥ 'ਚ ਹੈ, ਇਹ ਕਿਲੋ ਦਾ ਰੇਟ ਇਹਦਾ 6900 ਰੁਪਈਆ ਕਿ ਕਿੰਨਾ ਬਣਦਾ ਹੈ। ਮੇਰਾ ਖਿਆਲ ਹੈ 1 ਕਿੱਲੇ 'ਚੋਂ 15-18 ਲੱਖ ਰੁਪਏ ਦੀ ਇਕੱਲੀ ਰੂਹ ਹੈ ਜਿਹੜੀ ਪੈਦਾ ਹੋ ਸਕਦੀ ਹੈ। ਕੋਈ ਦੁਨੀਆ 'ਤੇ ਫਸਲ ਨਹੀਂ ਜਿਹੜੀ 15-18 ਲੱਖ ਦੀ ਕਿੱਲੇ 'ਚੋਂ ਪੈਦਾ ਹੁੰਦੀ ਹੋਵੇ। ਤੇ ਜਿਹੜੇ ਬੜੇਵੇਂ ਆ ਉਹ ਵੱਖਰੇ ਆ, ਤੇਲ ਉਹਦਾ ਵੱਖਰਾ ਹੈ। ਮੇਰਾ ਖਿਆਲ ਵੀ ਜਿੰਨੇ ਦਾ ਕਿੱਲੇ ਦੀ ਕੀਮਤ ਆ ਸਾਡੀ 20-25 ਲੱਖ ਦੀ, ਜੇ ਇਹਨੂੰ ਸਹੀ ਪ੍ਰੋਸੈਸਿੰਗ 'ਚ ਸਹੀ ਟਾਈਮ ਨਾਲ ਕੀਤੀ ਜਾਵੇ ਤਾਂ ਕਿੱਲੇ 'ਚੋਂ 25 ਲੱਖ ਦਾ ਹੀ ਹੈ। ਮੈਂ ਨਾ 25 ਲੱਖ ਦਾ ਸ਼ਾਇਦ ਨਾ ਹੀ ਕਿਸਾਨ ਦੇ ਪੱਲੇ ਪਵੇ। ਮੈਂ ਨਾ ਜਿਹੜੀ ਸਾਡੀ ਲੇਬਰ ਆ, ਜਿਹੜਾ ਤੁਹਾਡਾ ਰੁਜ਼ਗਾਰ ਹੈ, ਕਿਸੇ ਨੂੰ ਕੰਮ ਕਰਨ ਨੂੰ ਤਾਂ ਮਿਲੂਗਾ ਨਾ, ਸਭ ਦੇ ਪੱਲੇ ਪਊਗਾ। ਜਿੰਨੀ ਅੱਜ ਆਤਮ ਹੱਤਿਆ ਹੋ ਰਹੀਆਂ ਜਾਂ ਲੁੱਟਾਂ ਖੋਹਾਂ ਹੋ ਰਹੀਆਂ, ਕਿਸੇ ਦਾ ਜੀ ਨਹੀਂ ਕਰਦਾ ਮੈਂ ਕਿਸੇ ਦੀਆਂ ਬਾਲੀਆਂ ਲਾ ਲਾਂ, ਪਰਸ ਖੋਲਾਂ। ਜਦੋਂ ਉਹਨੂੰ ਕੰਮ ਨਹੀਂ ਮਿਲਦਾ, ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਜੇ ਬੰਦਾ ਕਿਤੇ ਕੰਮ ਲੱਗਿਆ ਰਹੇ, ਅਸੀਂ ਆਪਦੇ ਦਫ਼ਤਰ ਵੀ ਬੈਠੇ ਹੋਗੇ ਜਾਂ ਕਿਸਾਨ ਵੀ ਖੇਤ ਹੋਵੇ, ਜੇ ਉਹਦਾ ਜੀ ਕਰਦਾ ਨਾ ਮੈਂ 7 ਵਜੇ ਪੱਗ ਲਾਉਣਾ, ਪੈਗ ਪੁੱਗ ਲਾਉਣਾ ਤਾਂ 9 ਵਜਣ ਖੇਤ ਉਹਦੇ ਯਾਦ ਨਹੀਂ ਆਉਂਦਾ। ਕੋਈ ਵੀ ਕੰਮ ਵਾਲੇ ਬੰਦੇ ਨੂੰ ਕੋਈ ਚੀਜ਼ ਨਹੀਂ ਯਾਦ ਆਉਂਦੀ ਜੇ ਉਹਨੂੰ ਕੰਮ ਮਿਲਦਾ ਰਹੇ। ਜਦੋਂ ਬੰਦਾ ਵਿਹਲਾ ਹੁੰਦਾ ਫਿਰ ਉਹਨੂੰ 100 ਮਾੜੀਆਂ ਆਦਤਾਂ ਦਿਖਦੀਆਂ। ਤੁਹਾਡੀ ਕੰਪਨੀ ਜਿਹੜੇ ਤੁਹਾਡੇ ਗਾਹਕ ਹੈਗੇ ਆ ਕਿਸਾਨ, ਉਹਨਾਂ ਨੂੰ ਕੀ ਸਰਵਿਸ ਦਿੰਦੀ ਹੈ ਕਾਟਨ ਤੇ? ਇਹ ਸਾਰੀ ਜਾਣਕਾਰੀ ਤੁਸੀਂ ਅਮਲੀ ਰੂਪ ਦੇ ਵਿੱਚ ਦੇ ਦਿੰਦੇ ਹੋ ਉਸ ਖੇਤ ਦੇ ਵਿੱਚ? ਮੈਂ ਤਾਂ ਆਪਦੀ ਲਾਈਫ ਦਾ ਜਿੱਦੇ ਦਾ ਕੰਮ ਕਰਨ ਲੱਗਿਆ, ਕੋਈ ਵੀ ਕਿਸਾਨ ਜਿਹੜਾ ਸਾਡੇ ਨਾਲ ਅੱਜ ਤੱਕ ਜੁੜਿਆ 1983 ਤੋਂ ਲਾ ਕੇ ਅੱਜ ਤੱਕ, ਅਸੀਂ ਉਹਨੂੰ ਗਰੰਟੀ ਨਾਲ ਕਹਿ ਦਿੰਦੇ ਹਾਂ ਵੀ ਜੇ ਸਾਡੇ ਨਾਲ ਜੁੜੇਗਾ ਤਾਂ ਤੇਰੀ ਆਮਦਨ 'ਚ ਨਾ ਅੱਜ ਘਾਟਾ ਪਵੇ ਨਾ ਕੱਲ੍ਹ। ਅਸੀਂ ਨਰਮੇ ਦੀ ਬਿਜਾਈ ਤੋਂ ਲਾ ਕੇ ਚਗਾਈ ਤੱਕ ਉਹਨੂੰ ਸਰਵ, ਇਕੱਲੇ ਨਰਮੇ ਦੇ ਨਹੀਂ, ਆਲ ਓਵਰ ਫਸਲ ਤੋਂ ਉਹਨੂੰ ਬਿਜਾਈ ਤੋਂ ਲਾ ਕੇ ਚਗਾਈ ਤੱਕ ਦਿੰਦੇ ਹਾਂ। ਅਸੀਂ ਉਹਨੂੰ ਕਹਿੰਦੇ ਹਾਂ ਵੀ ਆਪਦੇ ਯਾਰ ਜਿਹੜਾ ਕਿਸਾਨ ਕਹਾਉਂਦਾ ਸਹੀ ਮੈਨੇ 'ਚ ਉਹਨੂੰ ਮੰਡੀ ਨਹੀਂ ਆਉਣਾ ਚਾਹੀਦਾ। ਬਸ ਉਹਨੂੰ ਤਾਂ ਅਨਸਰਦੇ ਨੂੰ ਤੈਨੂੰ ਅੱਗੇ ਆਖਿਆ ਮੈਂ ਵੀ ਜਾਂ ਤਾਂ ਚਾਹ ਪੱਤੀ ਜਾਂ ਨਮਕ ਲੈਣ ਆਵੇ, ਨਾ ਕੋਈ ਸਬਜ਼ੀ, ਨਾ ਫਰੂਟ, ਨਾ ਗੰਨਾ, ਸਾਰਾ ਆਪਦੇ ਘਰੇ ਗਾਵੇ। ਤੇ ਜੇ ਉਹਦਾ ਮੰਡੀ 'ਚ ਆਉਣ ਜਾਣ ਬਾਜੇ ਨਾ, ਮੇਰਾ ਖਿਆਲ ਉਹਦਾ 20-25% ਦਾ ਆਪਦੇ ਖਰਚੇ 'ਚ ਹੀ ਟੋਟ ਆ ਜਾਂਦੀ ਹੈ। ਮੈਂ ਨਾ ਅਸੀਂ ਜਿਹੜਾ ਕਿਸਾਨ, ਕੋਈ ਵੀ ਕਿਸਾਨ ਐ ਨਹੀਂ ਵੀ ਸਾਡੇ ਨਾਲ ਜੁੜਨਾ ਚਾਹੂਗਾ, ਜਦੋਂ ਮਰਜ਼ੀ ਜੁੜੇ। ਉਹਨੂੰ ਅਸੀਂ 24 ਘੰਟਿਆਂ ਤੋਂ ਪਹਿਲਾਂ ਹਰ ਉਹਦੀ ਕੰਪਲੇਂਟ ਹੱਲ ਕਰਦੇ ਹਾਂ, ਪੂਰੀ ਉਹਨੂੰ ਸਰਵਿਸ ਦਿੰਦੇ ਹਾਂ। ਤੇ ਮੇਰਾ ਖਿਆਲ ਜਿੰਨਾ ਉਹ ਸਾਡੇ ਨਾਲ ਐਗਰੀਮੈਂਟ ਕਰੇ ਵੀ ਮੇਰੀ ਫਸਲ ਦਾ ਇੰਨਾ ਝਾੜ ਹੈ, ਅਸੀਂ ਉਹਦਾ ਉਨਾ ਝਾੜ ਵੱਧ ਜਾਂਦਾ, ਗੱਲ ਮੁੱਕੀ, ਜਿੰਨਾ ਉਹਦਾ ਸਾਲ ਦਾ
ਖਰਚਾ ਹੋਇਆ ਹੁੰਦਾ। ਤੁਹਾਡੀ ਕੰਪਨੀ ਨੂੰ ਕਿੰਨੇ ਸਾਲ ਹੋ ਗਏ ਜਿਹੜੀ ਖੁਦ ਦੀ ਕੰਪਨੀ ਸ਼ੁਰੂ ਕੀਤੀ ਹੈ, ਤੇ ਇਹਦੀ ਜਿਹੜੀ ਕੁਆਲਿਟੀ ਹੈ ਉਹ ਕਿੰਨੇ ਗਰੰਟੀ ਨਾਲ ਤੁਸੀਂ ਮਾਰਕੀਟ ਦੇ ਵਿੱਚ ਦੇ ਰਹੇ ਹੋ? ਮੈਂ ਇਹ ਕਹਿਣਾ ਚਾਹੁੰਦਾ 2015 ਦੇ ਵਿੱਚ ਅਸੀਂ ਆਪਣੀ ਕੰਪਨੀ ਸਟਾਰਟ ਕੀਤੀ। ਜੋ ਪ੍ਰੋਡਕਟ ਦੇ ਵਿੱਚ ਲਿਖਿਆ ਹੈ ਉਹ 100% ਓਕੇ ਹੈ। ਮੈਂ ਤਾਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹੈ ਵੀ ਇਹ ਵਰਤੋਂ ਤਾਂ ਸੀਗੀ ਕਿਸਾਨਾਂ ਨੇ ਵਰਤਣੀ। ਜਿਸ ਬੰਦੇ ਨੇ ਕੋਈ ਵੀ ਚੀਜ਼ ਵਰਤਣੀ ਉਹਦੇ ਕੋਲੇ ਉਹਨੂੰ ਟੈਸਟਿੰਗ ਦਾ ਅਧਿਕਾਰ ਹੋਣਾ ਜ਼ਰੂਰੀ ਹੈ। ਇਹ ਤਾਂ ਪਤਾ ਨਹੀਂ ਕਿਵੇਂ ਗੌਰਮੈਂਟ ਦੇ ਕਾਨੂੰਨ ਹੈ ਵੀ ਸਾਰੇ ਪੰਜਾਬ 'ਚ 3 ਲੈਬ ਹੈ, ਉਹ ਕੰਪਨੀ ਦੇ ਸੈਂਪਲ ਟੈਸਟ ਕਰਦੇ ਹੈ, ਅਤੇ ਉੱਥੇ ਨਾ ਤਾਂ ਕੋਈ ਡੀਲਰ ਟੈਸਟ ਕਰਾ ਸਕਦਾ ਹੈ, ਨਾ ਕੋਈ ਕਿਸਾਨ ਟੈਸਟ ਕਰਾ ਸਕਦਾ ਹੈ। ਦਵਾਈ ਜਦੋਂ ਵਿਕ ਕੇ ਫੀਲਡ 'ਚੋਂ ਵਿਹਲੀ ਹੋ ਜਾਂਦੀ ਹੈ ਉਦੋਂ ਬਾਅਦ ਟੈਸਟ ਹੁੰਦੀ ਹੈ। ਸਭ ਤੋਂ ਪਹਿਲਾਂ ਕੋਈ ਫਰਟੀਲਾਈਜ਼ਰ ਹੋਵੇ, ਕੋਈ ਪੈਸਟੀਸਾਈਡ ਹੋਵੇ, ਜਿਹੜੀਆਂ ਇੰਡਸਟਰੀਆਂ ਜਿੱਥੇ ਬਣਦੀ ਹੈ ਪਹਿਲਾਂ ਤਾਂ ਉਹਨੂੰ ਉੱਥੇ ਟੈਸਟ ਹੋਣਾ ਚਾਹੀਦਾ। ਉਹਦੇ 'ਤੇ ਉੱਥੋਂ ਦੀ ਡਿਪਾਰਟਮੈਂਟ ਦੀ ਏਡੂ ਦੀ ਮੋਹਰ ਲਾ ਕੇ ਜਦੋਂ ਮਾਰਕੀਟਿੰਗ ਆ ਚਾਹੀਦੀ। ਫਿਰ ਸੈਕਿੰਡ ਜੇ ਕਿਤੇ ਬਾਹਰਲੀ ਸਟੇਟਾਂ 'ਚ ਬਣਦੀ ਆ ਉਹ C&F ਜਾਂਦੀ ਹੈ। C&F 'ਚੋਂ ਟੈਸਟ ਹੋ ਜੇ C&F 'ਚ ਉਹ ਪਾਸ ਹੈ ਤਾਂ ਸਾਨੂੰ ਪਾਵਰ ਹੋਣੀ ਚਾਹੀਦੀ ਆ, ਭਾਈ ਤੁਸੀਂ ਮਾਰਕੀਟ 'ਚ ਇਹਨੂੰ ਵੇਚੋ, ਫਾਰਮਰ ਦੀ ਹੈਲਪ ਕਰੋ। ਜੇ ਉਹ ਕਿਸੇ ਤਰੀਕੇ ਨਾਲ ਆਪਦੇ ਤਾਂ 'ਤੇ ਖਰੀ ਨਹੀਂ ਉਤਰਦੀ ਤਾਂ ਉਹ 'ਤੇ ਲਿਖ ਦੇਣਾ ਚਾਹੀਦਾ ਵੀ ਜਿੱਥੋਂ ਲਿਆਇਆ ਉੱਥੇ ਛੱਡਿਆ, ਇੰਨਾ ਹੀ ਬਹੁਤ ਹੈ। ਅਤੇ ਜੇ ਅਗਲਾ ਆਖਿਆ ਵੀ ਇਹਦਾ ਅਸੀਂ ਲਾਇਸੈਂਸ ਕੈਦ ਕਰਦਾ, ਫਿਰ ਨਵੀਂ ਇੰਡਸਟਰੀ ਨੇ ਪੰਜਾਬ 'ਚ ਨਾ ਅੱਜ ਆਉਣਾ ਨਾ ਕੱਲ੍ਹ ਆਉਣਾ, ਸਾਰੇ ਵਪਾਰੀਆਂ ਨੇ ਇੱਥੋਂ ਭੱਜ ਜਾਣਾ। ਜਿਹੜਾ ਕੁਆਲਿਟੀ ਨਾਲ ਉਹਦੀ ਪਰਸੈਂਟੇਜ ਹੋਵੇ ਕਿ ਇਹਦੀ ਮੰਨ ਲਓ ਮੋਨੋਕ੍ਰੋਟੋਬਾਸ ਜਾਂ 36% ਹੈ, ਉਹਦੀ 32 ਆ ਗਈ, ਉਹਨੂੰ ਕਹੇ ਭਾਈ ਕਿਉਂ ਇਹਦੇ ਦੁਬਾਰੇ ਨਵੇਂ ਬਣਾ। ਜੇ ਉਹਦਾ ਸੈਂਪਲ ਹੀ ਅੱਧੇ ਦੇ ਤੋਲਣਾ ਉਹਦਾ ਬੈਨ ਲਾ ਦੇਣਾ ਚਾਹੀਦਾ, ਨੋ ਐਂਟਰੀ ਪੰਜਾਬ 'ਚ। ਬੜੀਆਂ ਹੁਣ ਚਲੋ ਕਹਿਣਾ ਨਹੀਂ ਚਾਹੀਦਾ, ਜਿਹੜੀਆਂ ਇਹੋ ਜਿਹੀਆਂ ਦਵਾਈਆਂ ਹੈ ਜਿਹੜੀਆਂ ਗੌਰਮੈਂਟ ਮਨਜ਼ੂਰੀ ਦਿੰਦੀ ਹੈ, ਸੈਂਟਰ ਗੌਰਮੈਂਟ ਮਨਜ਼ੂਰੀ ਦਿੰਦੀ ਹੈ, ਸਟੇਟ ਗੌਰਮੈਂਟ ਮਨਜ਼ੂਰੀ ਦਿੰਦੀ ਹੈ, ਜੇ ਮਾਰਕੀਟ 'ਚ ਉਹਨੂੰ ਵੇਚਦੇ ਹੈ ਤਾਂ ਲੋਕਲ ਆ ਕਿਹੜੀ ਡਿਪਾਰਟਮੈਂਟ ਉਹ ਕਹਿੰਦਾ ਇਹਨੂੰ ਕੀ ਵੇਚੀ ਜਾਂਦੇ ਹੈ। ਜਾਂ ਤਾਂ ਉਹਨਾਂ ਦੀ ਮਨਜ਼ੂਰੀ ਨਾ ਹੋਵੇ, ਬਣਨੀ ਨਾ ਵੇਚਣ ਨਾ। ਜੇ ਉਹਨਾਂ ਦੀ ਮਨਜ਼ੂਰੀ ਹੈ ਤਾਂ ਉਹ ਕਿਸ ਤਰੀਕੇ ਨਾਲ ਬਣਨੀਆਂ ਚਾਹੀਦੀਆਂ, ਉਹ ਮਹਿਕਮੇ ਨੂੰ ਆਦਾ ਕੋਈ ਫਾਰਮੂਲਾ ਦੇਣਾ ਚਾਹੀਦਾ, ਭਾਈ ਇਸ 'ਤੇ ਖਰੀ ਉਤਰੋ, ਇਸ 'ਤੇ ਬਣਾਓ। ਕਿਰਪਾ ਕਰਕੇ ਜਿਹੜਾ ਤਾਲਮੇਲ ਹੈ ਖੇਤੀਬਾੜੀ ਮਹਿਕਮੇ ਦਾ, PAU ਦਾ, ਕਿਸਾਨ ਦਾ, ਵਪਾਰੀ ਦਾ, ਕੰਪਨੀਆਂ ਦਾ, ਜਿੰਨਾ ਚਿਰ ਇੱਕ ਮਾਲਾ ਦੇ ਮਣਕੇ 'ਚ ਨਹੀਂ ਪਰੋਏ ਜਾਂਦੇ ਉਨਾ ਚਿਰ ਹੈ ਜਿਹੜਾ ਦੇਸ਼ ਤਰੱਕੀ ਨਹੀਂ ਕਰਦਾ। ਸਾਨੂੰ ਮਤਲਬ ਜੇ ਸਾਡੀ ਇਨਕਮ ਘੱਟ ਹੁੰਦੀ ਹੈ, ਜੇ ਕੋਈ ਕੁਆਲਿਟੀ ਨਾਲ ਸਮਝੌਤਾ ਕਰਕੇ ਮਾਲ ਵੇਚਦਾ ਕਿਸੇ ਵੀ ਤਰ੍ਹਾਂ ਦਾ, ਇਕੱਲਾ ਫਰਟੀਲਾਈਜ਼ਰ ਪੈਸਟੀਸਾਈਡ ਨਹੀਂ, ਚਾਹੇ ਉਹ ਖਾਣ ਵਾਲੀਆਂ ਚੀਜ਼ਾਂ, ਚਾਹੇ ਉਹ ਕਰਿਆਣਾ ਹੈ, ਚਾਹੇ ਮੈਡੀਸਨ ਹੈ, ਮੈਂ ਤਾਂ ਨਾ ਜਿਹੜਾ ਕੁਆਲਿਟੀ ਨਾਲ ਸਮਝੌਤਾ ਕਰਕੇ ਵੇਚਦਾ ਕਿਸੇ ਵੀ ਤਰ੍ਹਾਂ ਦਾ, ਉਹਨੂੰ ਜੇ ਦੇਸ਼ ਧਰੋਹ ਵੀ ਕਹਿ ਦਈਏ ਜਾਂ ਗਦਾਰ ਕਹਿ ਦਈਏ ਕੋਈ ਮਾੜੀ ਗੱਲ ਨਹੀਂ ਹੋਣਾ। ਇਹ ਨਹੀਂ ਵੀ ਕੋਈ ਵੀ ਜਿਹੜਾ ਬੰਦਾ ਆਪਦੀ ਜੋਬ 'ਤੇ ਬੈਠਾ ਹੈ ਜੇ ਉਹ ਰਿਸ਼ਵਤ ਲੈਂਦਾ ਹੈ ਤਾਂ ਉਦੋਂ ਵੀ ਕੋਈ ਦੇਸ਼ ਧਰੋਹੀ ਨਹੀਂ ਹੋਣਾ। ਜੇ ਉਹਦੀ 2 ਲੱਖ ਨਾਲ 3 ਲੱਖ ਨਾਲ ਲੱਖ ਨਾਲ ਸੰਤੁਸ਼ਟੀ ਨਹੀਂ ਹੁੰਦੀ ਉਹ ਜੋਬ ਛੱਡ ਦੇਵੇ, ਜਿਹੜਾ ਹੋਰ ਕੰਮ ਚੰਗਾ ਕਰਨਾ ਉਹ ਕਰ ਲਵੇ। ਪਰ ਸਾਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ। ਬੜਾ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਹੈ। ਕਿਤੇ ਜੇ ਸਾਡਾ ਫਸਲ ਦਾ ਇੰਨਾ ਝਾੜ ਘਟਦਾ ਰਿਹਾ, ਆਬਾਦੀ ਵੱਧਦੀ ਜਾਂਦੀ ਹੈ, ਦਿਨੋਂ ਦਿਨ ਭੁੱਖਮਾਰੀ ਹੋ ਜਾਣੀ ਹੈ। ਅਸੀਂ ਕਿਤੇ ਸਾਨੂੰ ਕਿਸੇ ਨੂੰ ਕਹਿਣਾ ਹੀ ਨਹੀਂ ਪੈਣਾ ਵੀ ਗੁਲਾਮ ਹੋ ਜਾਓ, ਸਾਨੂੰ ਆਪ ਹੀ ਹਥਿਆਰ ਸੁੱਟਣੇ ਪੈਣੇ ਹੈ। ਸਾਨੂੰ ਇਮਾਨਦਾਰੀ ਨਾਲ ਕੁਆਲਿਟੀ ਪ੍ਰੋਡਕਟ ਤਿਆਰ ਕਰਨੇ ਚਾਹੀਦੇ ਹੈ। ਅੱਜ ਦੇ ਟਾਈਮ ਜੇ ਲੋੜ ਹੈ ਸਾਨੂੰ ਮਿੱਟੀ ਸੰਭਾਲਣ ਦੀ, ਪਾਣੀ ਸੰਭਾਲਣ ਦੀ, ਜੰਗਲਾਤ ਉਗਾਉਣ ਦੀ ਅਤੇ ਵਾਤਾਵਰਨ ਬਚਾਉਣ ਦੀ, ਜੇ ਇਹ ਚਾਰੇ ਚੀਜ਼ਾਂ ਬਚ ਗਈਆਂ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ। ਮਿੱਟੀ ਤਾਂ ਹੀ ਸੰਭਲੂਗੀ, ਜਿਹੜੀ ਚੀਜ਼ ਦੀ ਲੋੜ ਆ ਉਹਦੇ 'ਚ ਅਸੀਂ ਪਾਓ, ਜਿਹੜੀ ਚੀਜ਼ ਦੀ ਲੋੜ ਆ ਉਹ ਨਾ ਪਾਓ। ਸਾਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਇਕੱਲੇ ਜੇ ਭਜਾਵਾਂਗੇ ਤਾਂ ਆਹ 5 ਉਂਗਲਾਂ ਹੈ, ਇਹ 5 ਇਕੱਲੀ ਉਂਗਲ ਦੀ ਕੋਈ ਵੈਲੂ ਨਹੀਂ, ਹੱਥ ਦੀ ਵੈਲੂ ਹੈ। ਜੇ ਤਾਂ ਤੁਹਾਡੀਆਂ 5 ਉਂਗਲਾਂ ਰਲ ਕੇ ਕੰਮ ਕਰੋਗੇ ਤਾਂ ਕਿਸੇ ਨੂੰ ਕੋਈ ਤੋੜਾ ਨਹੀਂ, ਅਤੇ ਜੇ ਤੁਸੀਂ ਨਾ ਰਲ ਕੇ ਕਰੋਗੇ ਕੋਈ ਬੰਦਾ ਆਖੂਗਾ ਵੀ ਮੈਂ ਇਸ ਤਰੀਕੇ ਨਾਲ ਕਰਾਂ, ਇਸ ਤਰੀਕੇ ਨਾਲ ਕਰਾਂ, ਕੋਈ ਕੁਆਲਿਟੀ ਦੇ ਕਾਰਨ ਨਾਲ ਉਤਰੂ, ਕੋਈ ਆਪਦੀ ਸਰਵਿਸ ਦੇ ਕਾਰਨ ਨਾਲ ਉਤਰੂ, ਕੋਈ ਆਪਦਾ ਫੀਲਡ 'ਚ ਕਰਨ ਨਾਲ ਉਤਰੂਗਾ, ਫਿਰ ਅੱਜ ਵੀ ਘੱਟ ਅਤੇ ਕੱਲ੍ਹ ਵੀ ਘੱਟ। ਬਰਾੜ ਸਾਹਿਬ ਆਖਰੀ ਸਵਾਲ ਹੈ ਕਿ ਜਦੋਂ ਫਸਲ ਦਾ ਝਾੜ ਮਿਲ ਗਿਆ, ਫਸਲ ਦੀ ਕੀਮਤ ਮਿਲ ਗਈ ਚੰਗੇ ਰੇਟ ਨਾਲ, ਤਾਂ ਫਿਰ ਇੱਕ ਵਾਰ ਮਾਰਕੀਟ ਦੇ ਵਿੱਚ ਉਛਾਲ ਆਉਂਦਾ ਹੈ, ਤਾਂ ਉਸ ਟਾਈਮ 'ਤੇ ਕਿਸਾਨ ਹੈ ਜਿਹੜਾ ਉਹ ਲਗਜ਼ਰੀ ਆਈਟਮਾਂ ਵੱਲ ਚਲਾ ਜਾਂਦਾ ਹੈ, ਕੋਠੀਆਂ ਪਾਉਣ ਵੱਲ, ਕਾਰਾਂ ਲੈਣ ਵੱਲ, ਜਾਂ ਕਿਸੇ ਹੋਰ ਕੋਈ ਲਗਜ਼ਰੀ ਜਿਹੜਾ ਮਤਲਬ ਐਸ਼ੋ ਆਰਾਮ ਦੀ ਜਿਹੜੀ ਜ਼ਿੰਦਗੀ ਵੱਲ ਖਿੱਚਿਆ ਜਾਂਦਾ ਹੈ। ਤਾਂ ਉਸ ਟਾਈਮ 'ਤੇ ਉਹਨੂੰ ਜਿਹੜਾ ਪੈਸਾ ਉਹ ਕਿਸ ਤਰੀਕੇ ਨਾਲ ਸੰਭਾਲ ਕੇ ਰੱਖਣਾ ਚਾਹੀਦਾ?
ਪਹਿਲੀ ਗੱਲ ਤਾਂ ਕਿਸਾਨ ਹੀ ਇੱਕ ਹੈ, ਜੇ ਉਹਦੇ ਕੋਲੇ ਲੱਖ ਰੁਪਈਆ ਆਉਂਦਾ ਉਹਨਾਂ ਨੇ ਖੂਹ 2 ਲੱਖ ਦਾ ਪੱਟਿਆ ਹੁੰਦਾ। ਕੁਦਰਤੀ ਗੱਲ ਹੈ, ਅਸੀਂ ਜੇ ਉਹਦੇ ਕੋਲੇ ਪੈਸਾ ਆਵੇ ਤਾਂ ਉਹਦੇ ਨਾਲ ਹੀ ਸਾਡੀ ਮਾਰਕੀਟ ਡਿਵੈਲਪਮੈਂਟ ਹੋਣੀ ਹੈ। ਪਰ ਸਾਨੂੰ ਜੇ ਅੱਜ ਦੇ ਟਾਈਮ 'ਚ ਪੈਸਾ ਲਾਉਣਾ ਚਾਹੀਦਾ ਹੈ, ਸਭ ਤੋਂ ਵੱਧ ਪੈਸਾ ਲਾਉਣਾ ਚਾਹੀਦਾ ਸਾਨੂੰ ਆਪਦੀ ਬੱਚਿਆਂ ਦੀ ਐਜੂਕੇਸ਼ਨ 'ਤੇ। ਜੇ ਤੁਸੀਂ ਤੁਹਾਡਾ ਇੱਕ ਬੱਚਾ ਵੀ ਪੜ੍ਹ ਕੇ ਕਿਤੇ ਸੈੱਟ ਹੋ ਗਿਆ, ਚਾਹੇ ਇੱਥੇ ਵਪਾਰ 'ਚ ਸੈੱਟ ਹੋ ਗਿਆ, ਜੋਬ ਲੱਗ ਗਈ ਜਾਂ ਕਿਤੇ ਫੋਰਨ ਚਲਾ ਗਿਆ, ਇਹ ਸਮਝ ਲਓ ਤੁਸੀਂ 10 ਲੱਖ 20 ਲੱਖ ਰੁਪਈਆ ਕਮਾ ਲਿਆ। ਸਾਨੂੰ ਜਿਹੜੀ ਚੀਜ਼ 'ਤੇ ਸਾਡਾ ਖਰਚੇ ਕਰੇ ਬਿਨਾਂ ਡੰਗ ਲੈਂਦਾ ਉੱਥੇ ਸਾਨੂੰ ਨਹੀਂ ਕਰਨਾ ਚਾਹੀਦਾ। ਗੱਡੀਆਂ ਦੀ ਗੱਲ ਹੈ, ਗੱਡੀ ਤਾਂ ਚੱਲਣੀ ਹੋਣੀ ਚਾਹੀਦੀ ਹੈ, ਉਹਦੇ ਟਾਇਰ ਠੀਕ ਹੋਣ, ਤੇਲ ਪਾਣੀ ਠੀਕ ਹੋਵੇ। ਸਾਰੀਆਂ ਦੀ ਸਪੀਡ 80 ਤੋਂ ਵੱਧ ਸਭ 'ਤੇ ਰਿਸਕ ਹੈ, ਛੋਟੀ ਦੀ ਵੀ 80 ਚੱਲ ਜਾਂਦੀ ਹੈ। ਜਿਹੜੇ ਅਸੀਂ ਦੇਖੋ ਦੇਖ ਬਹੁਤ ਵੱਡੇ ਵੱਡੇ ਟਰੈਕਟਰ, ਬਹੁਤ ਵੱਡੀਆਂ ਗੱਡੀਆਂ ਲੈਂਦੇ ਹਾਂ, ਅਤੇ ਜੇ ਤਾਂ ਤੁਹਾਨੂੰ ਕਮਾਈ ਹੈ ਅਸੀਂ ਤਾਂ ਨੇ ਜਹਾਜ਼ ਲਓ। ਜੇ ਤੁਹਾਨੂੰ ਕਮਾਈ ਦਾ ਸਾਧਨ ਹੈ ਤਾਂ ਫਿਰ ਸਾਨੂੰ ਆਪਦਾ ਜਿਵੇਂ ਕਹਿੰਦੇ ਚਾਦਰ ਵੇਖ ਕੇ ਪੈਰ ਕਸਾਰਨੇ ਚਾਹੀਦੇ ਹੈ। ਆਪਦਾ ਖਰਚਾ ਕੰਟਰੋਲ ਰੱਖਾਂਗੇ ਤਾਂ ਸੌਖੇ ਦਿਨ ਲੰਘ ਜਾਂਦੇ ਹੈ। ਅਤੇ ਨਹੀਂ ਫਿਰ ਜਦੋਂ ਦਾੜੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਫਿਰ ਇਹੀ ਕਹਿਣਾ ਪੈਂਦਾ ਵੀ ਸਰਕਾਰਾਂ ਮਾੜੀਆਂ। ਸਰਕਾਰਾਂ ਨੇ ਸਾਨੂੰ ਕੁਛ ਨਹੀਂ ਦੇਣਾ, ਕੰਮ ਸਾਨੂੰ ਆਪ ਨੂੰ ਕਰਨਾ ਪੈਣਾ, ਆਪ ਨੂੰ ਆਮਦਨ ਕਰਨੀ ਪੈਣੀ ਹੈ, ਆਪ ਨੂੰ ਹੀ ਆਪਦਾ ਪੈਸਾ ਸੰਭਾਲਣਾ ਪੈਣਾ, ਫਿਰ ਹੀ ਜ਼ਿੰਦਗੀ ਸੌਖੀ ਨਿਕਲਦੀ ਹੈ। ਜੇ ਕਿਤੇ ਅਸੀਂ ਚੰਗੀਆਂ ਖੁਰਾਕਾਂ ਖਾ ਲਈਏ, ਚੰਗੀ ਫਸਲ ਪੈਦਾ ਕਰ ਲਈਏ, ਚੰਗਾ ਦੁੱਧ ਬਾਦ ਫਲ ਫਰੂਟ ਘਰ ਦਾ ਪੈਦਾ ਕਰ ਲਈਏ ਅਤੇ ਬਿਮਾਰੀਆਂ ਤੋਂ ਬਚੇ ਰਹੀਏ, ਡਾਕਟਰ ਕੋਲੇ ਨਾ ਜਾਣਾ ਪਵੇ, ਤਾਂ ਥੋੜ੍ਹੇ ਪੈਸੇ ਬਹੁਤ ਹੁੰਦੇ ਆ ਸਾਨੂੰ। ਕਿਸਾਨ ਵੀਰੋ, ਕਾਟਨ ਦੇ ਲਈ ਜੋ ਅੱਜ ਹਾਲਾਤ ਹੈ ਉਹ ਇਹ ਹੈ ਕਿ ਕਾਟਨ ਜੋ ਬੀਜਦਾ ਹੈ ਉਹ ਸਭ ਤੋਂ ਗਰੀਬ ਕਿਸਾਨ ਅਤੇ ਸਧਾਰਨ ਕਿਸਾਨ ਗਿਣਿਆ ਜਾਂਦਾ ਹੈ। ਪਰ ਬਰਾੜ ਸਾਹਿਬ ਦੀਆਂ ਜੋ ਗੱਲਾਂ ਬਾਤਾਂ ਹੈ ਉਸ ਨੂੰ ਜੇਕਰ ਅਸੀਂ ਅਪਣਾ ਲਈਏ ਤਾਂ ਅਸੀਂ ਇਹ ਮਾਣ ਨਾਲ ਕਿਹਾ ਕਰਾਂਗੇ ਕਿ ਅਸੀਂ ਖੇਤ ਦੇ ਵਿੱਚ ਕਪਾਹ ਬੀਜਿਆ ਅਤੇ ਸਾਡੀ ਇੰਨੀ ਆਮਦਨ ਹੈ। ਅਤੇ ਜੇਕਰ ਉਸ ਆਮਦਨ ਨੂੰ ਅਸੀਂ ਸੰਭਾਲ ਕੇ ਉਹ ਸਿੱਖਿਆ ਵੱਲ, ਸਿਹਤ ਵੱਲ, ਇੰਡਸਟਰੀ ਵੱਲ, ਵਪਾਰ ਵੱਲ ਲਾ ਕੇ ਅਸੀਂ ਆਪਣੇ ਬੱਚਿਆਂ ਨੂੰ ਉਹਦਾ ਭਵਿੱਖ ਬਣਾ ਦਈਏ ਤਾਂ ਉਹ ਜ਼ਿਆਦਾ ਬਿਹਤਰ ਹੋਏਗਾ। ਧੰਨਵਾਦ। ਕੋਈ ਸਵਾਲ ਹੁੰਦਾ ਹੈ ਉਹ ਤੁਹਾਡੇ ਤੱਕ ਪਹੁੰਚ ਕਰਨੀ ਚਾਹੁੰਦਾ ਹੈ ਤਾਂ ਕਿਸ ਫੋਨ ਨੰਬਰ 'ਤੇ ਜਾਂ ਕਿਸ ਮੇਲ ਆਈਡੀ 'ਤੇ ਤੁਹਾਨੂੰ ਕੰਟੈਕਟ ਕਰ ਸਕਦਾ ਹੈ? ਕਿਸਾਨ ਵੀਰੋ, ਮੇਰਾ ਨਾਮ ਬਲਜੀਤ ਸਿੰਘ ਬਰਾੜ, ਪਿੰਡ ਬੁਰਜ ਮਹਿਮਾ, ਡਿਸਟ੍ਰਿਕਟ ਬਠਿੰਡਾ। ਮੇਰਾ ਨੰਬਰ ਹੈ 96466 93671। ਕੋਈ ਵੀ ਕਿਸਾਨ ਕਿਸੇ ਵੀ ਫਸਲ ਬਾਰੇ ਸੁਬਾਹ 8 ਵਜੇ ਤੋਂ ਲਾ ਕੇ ਸ਼ਾਮ ਦੇ 8 ਵਜੇ ਜਦੋਂ ਮਰਜ਼ੀ ਸਾਨੂੰ ਫੋਨ ਕਰ ਸਕਦਾ। ਉਹਨੂੰ 100% ਜਿੰਨੀ ਸਾਡੀ ਕੋਸ਼ਿਸ਼ ਹੈ ਅਸੀਂ ਉਹਨੂੰ ਰਾਏ ਦੇਵਾਂਗੇ। ਅਤੇ 100% ਕਿਸਾਨ ਆਪਦੇ ਏਰੀਏ 'ਚ ਉਹ ਟੌਪ ਕਿਸਾਨ ਹੋਊਗਾ ਜਿਹੜਾ ਸਾਡੇ ਨਾਲ ਜੁੜੂਗਾ। ਉਹਨੂੰ ਦੇਖਣ ਦੀ ਲੋੜ ਨਹੀਂ ਪੈਣੀ ਵੀ ਮੇਰੀ ਫਸਲ, ਅਸੀਂ ਉਹਨੂੰ ਬਿਜਾਈ ਤੋਂ ਲਾ ਕੇ ਮਾਰਕੀਟਿੰਗ ਤੱਕ ਸਲਾਹ ਦਿੰਦੇ ਹਾਂ। ਮੈਂ ਤੁਹਾਨੂੰ ਦੁਬਾਰੇ ਫੇਰ 96466 93671। ਕਿਸੇ ਵੀ ਕਿਸਾਨ ਨੇ ਇਸ ਫੋਨ 'ਤੇ ਗੱਲ ਕਰਨੀ ਹੈ ਤਾਂ ਉਹ ਖੁੱਲ੍ਹ ਕੇ ਕਰ ਸਕਦਾ, ਕਿਸੇ ਨੂੰ ਰੋਕ ਟੋਕ। ਕਿਸਾਨ ਵੀਰੋ, ਤੁਸੀਂ ਬੇਝਿਜਕ ਕਿਸ ਨੰਬਰ 'ਤੇ ਜਦ ਮਰਜ਼ੀ ਗੱਲ ਕਰ ਸਕਦੇ ਹੋ। ਧੰਨਵਾਦ।